ਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ हे प्राणनाथ गोविंद है कृपा निधान जगत गुरु हे संसार ताप हरण है करुणा में सब दुख हरो हे शरण जोग दयाल है दीना नाथ दया करो शरीर स्वस्थ क्षीण समय सिमरंत नानक राम दामोदर माधव है रोगण ते अनसोगण ते जल जोगण ते बहु भांत बचावे सतर अनेक चलावत काबू तौ तन एक न लागण पावे राखत है अपनो कर दे करो पाप समूह न भेटन पावे और की बात कहा कह तू सो पेट ही के पट बीच बचावे मैं मूर्ख की केतक बात है कोट पराधी तरियारे गुरु नानक जिन सुनिया देखिया से फिर गर्भास न परियारे पतत पावन भगत वत्सल कृपा दे खजाने चबर शत्रु तख्त दे मालक हाजरा नूर जाहरा नूर सर्व कला भरपूर दसां पातशाहियां दी आत्मक जोत दीन दुनिया दे मालक सच्चे पातशाह धन धन साहिब श्री गुरु ग्रंथ साहिब जी महाराज गुरु संगत जीओ जवाब दी अपने समय नूं जीवन नूं सफल करन वास्ते सच्चे पातशाह जी के दर्शन दीदारे कर रहे हो। सतगुरां जी की महान कृपा बख्शिश हुई है। बाणी पढ़न सुनन दा सुभागा समा प्राप्त होया। सत संगत दीयां अमोलक घड़ियां सतगुरु जी बख्शदे ने। सो आओ कुछ समा सतगुरां जी की पवित्र हजूरी विच बैठ करके और अपने मन नूं चित नूं एक करके सतगुरु जी की पवित्र कथा विचार सरवण करिए कि गुरु साहिब जी बाणी के द्वारा सानू कलयुगी जीवां नूं की उपदेश बख्शदे ने की समझाउंदे ने। अपने मन नूं चित नूं एक करके सतगुरु जी की कथा नूं सरवण करना है। दीन दुनिया दे मालक सतगुरु धन धन साहिब श्री गुरु अर्जन देव जी महाराज पंजवें पातशाह शहीदां दे सरताज नाम बाणी दे वो थे कलयुग दे अवतार सतगुरु गुरु अर्जन देव जी महाराज तिन्हां दा मुख वाक हुक्मनामा अमृत वेले आया है।
ਆਪ ਜੀ ਨੇ ਉਸ ਮੁਖ ਵਾਗ ਦੀ ਕਥਾ ਨੂੰ ਸਰਵਣ ਕਰਨਾ। ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਪਵਿੱਤਰ ਜੋ ਮੁਖ ਵਾਕ ਆਇਆ ਹੈ, ਉਹਦੇ ਵਿੱਚ ਮਹਾਰਾਜ ਵੇਦਾਂ ਕਤੇਬਾਂ ਦੀ ਗੱਲ ਕਰਨਗੇ। ਭਾਵੇਂ ਤੂੰ ਕਿੰਨੇ ਵੇਦ ਪੜ੍ਹ ਲੈ ਔਰ ਯੋਗਾ ਅਭਿਆਸ ਕਹਿੰਦੇ ਤੂੰ ਕਰਦਾ ਰਹਿ, ਜੰਗਲਾਂ ਵਿੱਚ ਵੀ ਤੂੰ ਜਾ ਕੇ ਤੁਰਿਆ ਰਹਿ, ਤਾਂ ਮਹਾਰਾਜ ਜੀ ਕਹਿਣ ਲੱਗੇ ਨੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਇਉਂ ਮਹਾਰਾਜ ਸਾਹਿਬ ਜੀ ਨੇ ਇਸ ਪਵਿੱਤਰ ਹੁਕਮਨਾਮੇ 'ਚ ਮਹਾਰਾਜ ਸਾਨੂੰ ਉਪਦੇਸ਼ ਬਖਸ਼ਣਗੇ। ਆਓ ਆਪਣੇ ਮਨ ਨੂੰ, ਚਿੱਤ ਨੂੰ ਇੱਕ ਕਰਕੇ ਸਤਿਗੁਰਾਂ ਜੀ ਦੀ ਪਵਿੱਤਰ ਮੁਖ ਵਾਕ ਨੂੰ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ, ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਠ ਪੜ੍ਹਿਓ ਹਰ ਵੇਦ ਵਿਚਾਰਿਓ, ਨਿਵਦ ਭੁਅੰਗਮ ਸਾਧੇ। ਪੰਜ ਜਨਾ ਸਿਓ ਸੰਗ ਨਾ ਛੁਟ ਗਿਓ, ਅਦਕ ਅੰਬੁਦ ਬਾਧੇ। ਪਾਠ ਪੜ੍ਹਿਓ ਹਰ ਵੇਦ ਵਿਚਾਰਿਓ। ਸਾਧ ਸੰਗਤ ਜੀ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ। ਘਰ ਦੂਜਾ, ਦੂਜੇ ਘਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੂਜੇ ਸੁਰਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਉਣ ਦੀ ਹਦਾਇਤ ਮਹਾਰਾਜ ਜੀ ਕਰਦੇ ਹੈ। ਅਸ਼ਟਪਦੀਆ, ਅਸ਼ਟ ਨਾਮ 8 ਦਾ ਹੈ ਕਿ ਇਸ ਪਵਿੱਤਰ ਸ਼ਬਦ ਦੇ 8 ਪਦੇ ਨੇ, 8 ਪੌੜੀਆਂ ਨੇ। ਇਉਂ ਸਤਿਗੁਰੂ ਸਾਹਿਬ ਜੀ ਸਾਨੂੰ ਜਣਾ ਰਹੇ ਨੇ, ਦੱਸ ਰਹੇ ਨੇ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਸੋਰਠ ਰਾਗ ਵਿੱਚ ਬਚਨ ਉਚਾਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਹਾਰਾਜ ਮੰਗਲ ਕਰਦੇ ਹੈ ਇੱਕ ਅਦੁੱਤੀ ਬ੍ਰਹਮ ਵਾਹਿਗੁਰੂ ਪਰਮੇਸ਼ਰ ਓੰਕਾਰ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤ ਤ੍ਰੈ ਕਾਲ ਸਤ ਰਹਿਣ ਵਾਲਾ, ਸਤ ਸਰੂਪ ਜੋ ਪਰਮੇਸ਼ਰ ਹੈ। ਗੁਰੂ, ਸਾਧ ਸੰਗਤ ਜੀ, ਅਗਿਆਨਤਾ ਦੇ ਹਨੇਰੇ ਨੂੰ ਕੱਟਣ ਵਾਲਾ ਔਰ ਗਿਆਨ ਦੀ ਰੌਸ਼ਨੀ ਪ੍ਰਕਾਸ਼ ਦੇਣ ਵਾਲਾ ਜੋ ਗੁਰੂ ਸਰੂਪ ਵਾਹਿਗੁਰੂ ਹੈ। ਪ੍ਰਸਾਦ, ਉਹ ਕਿਰਪਾ ਆਨੰਦ ਸਰੂਪ ਹੈ। ਸਤਿਗੁਰ ਪ੍ਰਸਾਦ, ਮਹਾਰਾਜ ਕਹਿੰਦੇ ਉਹਦੀ ਜਿਹੜੀ ਪ੍ਰਾਪਤੀ ਹੈ ਉਹ ਭਾਈ ਸੱਚੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੀ ਹੁੰਦੀ ਹੈ। ਪਾਠ ਪੜ੍ਹਿਓ ਹਰ ਵੇਦ ਵਿਚਾਰਿਓ, ਨਿਵਦ ਭੁਅੰਗਮ ਸਾਧੇ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਸਨ। ਉਹਨਾਂ ਦੇ ਕੋਲ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਦੁਨੀਆ ਵਿੱਚ ਬੜੇ ਸਾਧਨ ਮੰਨੇ ਗਏ ਹੈ ਪਰਮੇਸ਼ਰ ਦੀ ਪ੍ਰਾਪਤੀ ਦੇ। ਸਾਧ ਸੰਗਤ ਜੀ, ਤੇ ਇਹ ਮਹਾਰਾਜ ਜੀ ਨੂੰ ਕਹਿਣ ਲੱਗਿਆ, ਸੱਚੇ ਪਾਤਸ਼ਾਹ ਜੀ ਆਪ ਜੀ ਦੱਸਣਾ ਕਰੋ ਕਿ ਕਿਹੜੇ ਸਾਧਨਾ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਇਹ ਸਿੱਖ ਦੇ ਮੁਖੋਂ ਬਚਨ ਸੁਣ ਕੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਸਿੱਖਾ ਦੱਸ ਤੂੰ ਕਿਹੜੇ ਕਿਹੜੇ ਸਾਧਨ ਕੀਤੇ ਹੈ। ਸਾਧ ਸੰਗਤ ਜੀ, ਉਹ ਸਿੱਖ ਨੇ ਫਿਰ ਜਿਹੜੇ ਜਿਹੜੇ ਸਾਧਨ ਕੀਤੇ ਸੀ ਕਿ ਇਸ ਸਾਧਨ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ। ਸਾਧ ਸੰਗਤ ਜੀ, ਜਿਵੇਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੱਸਦੇ ਹਨ ਨਾ ਤੂੰ ਆਵੇ ਬਸ ਵੇਦ ਪੜਾਵਣੇ, ਨਾ ਤੂੰ ਆਵੇ ਬਸ ਬਹੁਤ ਕਿਣਾਵਣੇ, ਨਾ ਤੂੰ ਆਵੇ ਬਸ ਧਰਤੀ ਧਾਈ ਹੈ, ਨਾ ਤੂੰ ਆਵੇ ਬਸ ਤੀਰਥ ਨਾਈ ਹੈ।
ਤੂੰ ਭਗਤਾਂ ਕੈ ਵਸ ਭਗਤਾ ਤਾਣ ਤੇਰਾ। ਸਾਧ ਸੰਗਤ ਜੀ, ਉਹ ਜੋ ਵਾਹਿਗੁਰੂ ਪਰਮੇਸ਼ਰ ਹੈ, ਵੇਦ ਪੜ੍ਹੀ ਜਾ ਤੂੰ ਗਿਆਨ ਭਾਵੇਂ ਲੈ ਲਾ, ਪਰ ਜੇ ਤੇਰੀ ਬੁੱਧੀ ਵਿੱਚ ਵਾਹਿਗੁਰੂ ਦੀ ਬ੍ਰਹਮ ਦੀ ਵਿਚਾਰ ਹੀ ਨਹੀਂ ਆਈ, ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਤੂੰ ਵੇਦ ਕਤੇਬ ਪੜ੍ਹ ਕੇ ਗਿਆਨੀ ਤੇ ਬਣ ਜਾਏਗਾ। ਉਹਦੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਹੈ ਕਿ ਪੜ੍ਹ ਪੁਸਤਕ ਸੰਧਿਆ ਬਾਦੰ, ਕਿ ਤੂੰ ਪੁਸਤਕਾਂ ਪੜ੍ਹ ਲਈਆਂ, ਵੇਦ ਗ੍ਰੰਥ ਪੜ੍ਹ ਲਏ, ਪਰ ਵਾਦ ਵਿਵਾਦ ਕਰਦਾ ਰਿਹਾ ਕਿ ਮੇਰੇ ਵਰਗਾ ਕੋਈ ਪੰਡਤ ਨਹੀਂ ਹੈ, ਕੋਈ ਗਿਆਨਵਾਨ ਵਿਦਵਾਨ ਨਹੀਂ ਹੈ। ਸਾਧ ਸੰਗਤ ਜੀ, ਕਬੀਰ ਸਾਹਿਬ ਜੀ ਨੇ ਆਖਿਆ ਕਿ ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਮਹਾਰਾਜ ਕਹਿਣ ਲੱਗੇ ਵੇਦਾਂ ਕਤੇਬਾਂ ਨੂੰ ਪੜ੍ਹ ਕੇ ਭਾਈ ਦਿਲ ਦਾ ਫਿਕਰ ਨਹੀਂ ਜਾਂਦਾ। ਇਸੇ ਕਰਕੇ ਸਾਧ ਸੰਗਤ ਜੀ ਬਹੁਤੇ ਵੇਦ ਕਤੇਬ ਪੜ੍ਹ ਲੈਣੇ ਚੰਗੀ ਬਾਤ ਤੇ ਹੈ, ਚੰਗੀ ਗੱਲ ਤੇ ਹੈ, ਪਰ ਜੋ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੈ ਉਹ ਸਾਧ ਸੰਗਤ ਜੀ ਨਾਮ ਨਾਲ ਹੀ ਹੁੰਦੀ ਹੈ, ਬਾਣੀ ਦੇ ਨਾਲ, ਪ੍ਰੇਮ ਭਾਵਨਾ ਦੇ ਨਾਲ। ਤੋ ਇਸ ਕਰਕੇ ਬਹੁਤੀਆਂ ਵੇਦ ਕਤੇਬ ਸ਼ਾਸਤਰ ਪੜ੍ਹ ਲੈਣੇ ਇਹ ਲੜਾਈ ਝਗੜਾ ਹੀ ਹੈ। ਸਾਧ ਸੰਗਤ ਜੀ, ਆਪ ਜੀ ਨੇ ਆਨੰਦ ਸਾਹਿਬ ਦੀ ਬਾਣੀ ਸਰਵਣ ਕੀਤੀ ਹੈ। ਸਤਿਗੁਰਾਂ ਜੀ ਨੇ ਆਖਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰ ਹੈ ਜਿਉ ਬੇਤਾਲਿਆ, ਕਿ ਇਹ ਜੋ ਵੇਦਾਂ ਤੋਂ ਉੱਚਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹ ਮਹਾਰਾਜ ਕਹਿੰਦੇ ਤੂੰ ਸੁਣਿਆ ਹੀ ਨਹੀਂ ਹੈ। ਸਾਧ ਸੰਗਤ ਜੀ, ਮਹਾਰਾਜ ਸਤਿਗੁਰੂ ਜੀ ਕਹਿਣ ਲੱਗੇ ਸਿੱਖਾ ਤੂੰ ਦੱਸ ਕਿਹੜੇ ਕਿਹੜੇ ਸਾਧਨ ਕੀਤੇ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੁੱਛਦੇ ਆ ਉਹ ਸਿੱਖ ਨੂੰ। ਸਾਧ ਸੰਗਤ ਜੀ, ਉਸ ਵੇਲੇ ਦੀਨ ਦੁਨੀਆ ਦੇ ਮਾਲਕ ਨੂੰ ਦੱਸਣ ਲੱਗਿਆ ਸਿੱਖ ਕਿ ਮਹਾਰਾਜ ਮੈਂ ਇਹ ਸਾਧਨ ਕੀਤੇ ਨੇ। ਉਹ ਸਾਧਨ ਸਾਧ ਸੰਗ ਜਿਹੜੇ ਜਿਹੜੇ ਕੀਤੇ ਸਿੱਖ ਨੇ ਕਹੇ ਹੈ ਤਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਹੀ ਸਿੱਖ ਦੇ ਮੁੱਖ ਦੁਆਰਾ ਪਹਿਲਾਂ ਕੀਤੇ ਸਾਧਨ ਦੱਸਣਗੇ, ਫਿਰ ਮਗਰੋਂ ਮਹਾਰਾਜ ਜਦੋਂ ਉੱਤਰ ਦਿੰਦੇ ਐ ਪਹਿਲੀ ਪੰਗਤੀ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਉਹ ਸਿੱਖ ਕਹਿਣ ਲੱਗਿਆ ਸੱਚੇ ਪਾਤਸ਼ਾਹ ਜੀ, ਪਾਠ ਪੜ੍ਹਿਓ ਕਿ ਮੈਂ 9 ਪ੍ਰਕਾਰ ਦੇ ਵਿਕਰਨਾਂ ਨੂੰ ਪੜ੍ਹਿਆ ਏ, ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ ਮਹਾਰਾਜ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਵੇਦਾਂ ਨੂੰ ਵੀ ਵਿਚਾਰਿਆ। ਸਾਧ ਸੰਗਤ ਜੀ, ਜਿਹੜਾ ਰਾਵਣ ਸੀ ਨਾ ਇਹ ਵੀ ਬੜਾ ਵੱਡਾ ਗਿਆਨੀ ਵਿਦਵਾਨ ਸੀ ਕਿ ਵੇਦ ਸ਼ਾਸਤਰ ਦਾ ਗਿਆਤਾ ਸੀ। ਐਡਾ ਵੱਡਾ ਸਾਧ ਸੰਗਤ ਜੀ ਵਿਦਵਾਨ ਗਿਆਨੀ ਹੋ ਕੇ ਵੀ ਸਤਿਗੁਰਾਂ ਜੀ ਨੇ ਇਹਨੂੰ ਮੂਰਖ ਹੀ ਆਖਿਆ, ਕਿਉਂਕਿ ਉਹਦੇ ਕੋਲ ਨਾਮ ਨਹੀਂ ਸੀ। ਨਾਮ ਹੁੰਦਾ ਸਤ ਮਾਰਗ ਤੇ ਚੱਲਦਾ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਨਾਲ ਯੁੱਧ ਨਾ ਕਰਦਾ, ਜੇ ਅੰਦਰ ਉਹਦੇ ਸਾਧ ਸੰਗਤ ਜੀ ਨਾਮ ਔਰ ਬ੍ਰਹਮ ਦੀ ਵਿਚਾਰ ਹੁੰਦੀ। ਉਹ ਸਾਧ ਸੰਗਤ ਜੀ ਸਮੇਂ ਦਾ ਅਵਤਾਰ ਜਾਣ ਕੇ ਸਤਿਕਾਰ ਕਰਦਾ, ਪਰ ਕੀ ਹੋਇਆ ਕਿ ਮਨ ਅੰਦਰ ਹੰਕਾਰ ਹੈ। ਸਾਧ ਸੰਗਤ ਜੀ, ਹਰਨਾਕਸ਼ ਵਰਗੇ ਭਾਵੇਂ ਗਿਆਤਾ ਤੇ ਸੀ, ਸਭ ਕੁਝ ਬੰਦਗੀ ਸੀ ਹਰਨਾਕਸ਼ ਦੀ, ਕੋਈ ਮਾੜੀ ਮੋਟੀ ਬਾਤ ਨਹੀਂ। ਜਿਹਨੇ ਸਾਧ ਸੰਗਤ ਜੀ ਵਰ ਪ੍ਰਾਪਤ ਕਰ ਲਏ, ਤੇ ਵਰ ਕਿਵੇਂ ਪ੍ਰਾਪਤ ਹੁੰਦੇ ਹੈ? ਕਿਸੇ ਬੰਦਗੀ ਭਗਤੀ ਦੇ ਕਰਕੇ। ਤੇ ਸਾਧ ਸੰਗਤ ਜੀ, ਉਸ ਵੇਲੇ ਉਹ ਹਰਨਾਕਸ਼ ਨੇ ਭਾਵੇਂ ਬੰਦਗੀ ਭਗਤੀ ਕਰਕੇ ਸਾਧ ਸੰਗਤ ਜੀ ਸ਼ਿਵ ਜੀ ਤੋਂ ਵਰ ਤੇ ਲੈ ਲਏ, ਪਰ ਹੰਕਾਰੀ ਹੋ ਗਿਆ ਕਿ ਮੈਂ ਹੀ ਹੁਣ ਪਰਮੇਸ਼ਰ ਹਾਂ, ਕਿਉਂਕਿ ਮੈਂ ਮਰਨਾ ਹੀ ਨਹੀਂ ਹੈ। ਇਹ ਸਾਧ ਸੰਗਤ ਜੀ, ਜਿੱਥੇ ਨਾਮ ਹੋਵੇਗਾ ਉੱਥੇ ਤੇ ਵਾਹਿਗੁਰੂ ਪਰਮੇਸ਼ਰ ਨੂੰ ਅੰਗ ਸੰਗ ਜਾਣਦਾ ਮਨੁੱਖ, ਤੇ ਜਿੱਥੇ ਸਾਧ ਸੰਗਤ ਜੀ ਕੇਵਲ ਗਿਆਨ ਹੀ ਹੈ ਉੱਥੇ ਹੰਕਾਰ ਹੈ। ਸਤਿਗੁਰੂ ਜੀ ਨੇ ਆਖਿਆ ਸੋ ਪੰਡਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੈਂ ਸੁੱਧ ਹੈ। ਉਹੀ ਪੰਡਤ ਹੈ ਜਿਹੜਾ ਆਪਣੇ ਮਨ ਨੂੰ ਪ੍ਰਬੋਧ ਦਾ ਭਾਵ ਕਿ ਆਪ ਭਜਨ ਸਿਮਰਨ ਬਾਣੀ ਸਤਿਗੁਰਾਂ ਜੀ ਦੀ ਪੜ੍ਹਦਾ ਭਾਵਨਾ ਪ੍ਰੇਮ ਰੱਖਣ ਵਾਲਾ ਹੈ। ਤੇ ਮਹਾਰਾਜ ਕਹਿੰਦੇ ਸੋ ਪੰਡਤ ਜੋ ਮਨ ਪਰ ਬੁੱਧ ਹੈ। ਆਪਦੇ ਮਨ ਨੂੰ ਨਹੀਂ ਪ੍ਰਬੋਧਿਆ, ਆਪਦੇ ਮਨ ਵਿੱਚ ਕੋਈ ਪ੍ਰੇਮ ਨਹੀਂ ਹੈ, ਗੁਰੂ ਸਾਹਿਬ ਪਰਮੇਸ਼ਰ ਵਾਸਤੇ ਕੋਈ ਭਗਤੀ ਨਹੀਂ ਹੈ, ਕੋਈ ਵਿਚਾਰ ਨਹੀਂ ਹੈ ਗਿਆਨ ਦੀ। ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਪੰਡਤ ਨਹੀਂ ਹੋ ਸਕਦਾ। ਇਸੇ ਕਰਕੇ ਸਤਿਗੁਰੂ ਜੀ ਦੱਸਦੇ ਹੈ, ਉਹ ਸਿੱਖ ਕਹਿਣ ਲੱਗਿਆ ਮਹਾਰਾਜ ਮੈਂ ਪਾਠ ਵੀ ਪੜ੍ਹੇ ਹੈ, ਬੜੇ ਵਿਕਰਨਾਂ ਨੂੰ ਪੜ੍ਹਿਆ ਹੈ, ਔਰ ਵੇਦ ਵਿਚਾਰਿਓ, ਵੇਦਾਂ ਨੂੰ ਵੀ ਵਿਚਾਰਿਆ।
ਨਿਵਲ ਭੰਗਮ ਸਾਧੇ। ਮਹਾਰਾਜ ਨੂੰ ਕਹਿਣ ਲੱਗਿਆ ਸੱਚੇ ਪਾਤਸ਼ਾਹ ਜੀ, ਇਹ ਜਿਹੜੇ ਯੋਗ ਸਾਧਨ ਦੇ ਸਹਿਤ ਨਿਉਲੀ ਕਰਮ ਹੈ, ਭਯੰਗਮ ਸਾਧੇ, ਭਯੰਗਮ ਨਾੜੀ ਹੈ ਸਾਧ ਸੰਗ ਸਰੀਰ ਦੇ ਅੰਦਰ, ਜੋ ਥਰੜੇ ਹਿੱਸੇ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਜਾਂਦੀ ਹੈ ਸਾਧ ਸੰਗਤ ਜੀ, ਜਿਹਦੇ ਵਿੱਚ 6 ਚੱਕਰ ਨੇ। ਭਗਤ ਕਬੀਰ ਸਾਹਿਬ ਜੀ ਨੇ ਵੀ ਗੌੜੀ ਰਾਗ 'ਚ ਬਚਨ ਕੀਤੇ ਹੈ 6 ਚੱਕਰਾਂ ਬਾਰੇ। ਤੋ ਸਾਧ ਸੰਗਤ ਜੀ, ਜੋਗੀ ਲੋਕ ਕੀ ਕਰਦੇ ਹੈ ਕਿ ਉਹ ਵੇਦਾਂ ਮੰਤਰਾਂ ਦੇ ਸਹਿਤ ਯੋਗ ਅਭਿਆਸ ਦੇ ਯਮ ਪ੍ਰਾਣਾਯਮ ਆਸਣ, ਇਹ ਸਾਧ ਸੰਗਤ ਜੀ ਉਹ ਕਰਦੇ ਹੈ। ਨਿਉਲੀ ਕਰਮ ਜਿਹੜੇ ਵੀ ਨੇ, ਧੋਤੀ ਕਿਰਿਆ ਸਾਧ ਸੰਗਤ ਜੀ ਸਭ ਕੁਝ ਉਹ ਕਰਦੇ ਹੈ, ਜਿਹਦੇ ਸਹਿਤ ਸਾਧ ਸੰਗਤ ਜੀ ਆਪਣੇ ਸਵਾਸਾਂ ਨੂੰ ਦਸਮਤ ਵਿੱਚ ਚੜ੍ਹਾ ਲੈਂਦੇ ਆ। ਦਸਮ ਦੁਆਰ ਦੇ ਵਿੱਚ ਸਾਧ ਸੰਗਤ ਜੀ ਇਹ ਸਭ ਕੁਝ ਪ੍ਰਕਿਰਿਆ ਭਾਵੇਂ ਔਖੀ ਹੈ, ਕੋਈ ਆਮ ਬੰਦਾ ਤੇ ਕਰ ਵੀ ਨਹੀਂ ਸਕਦਾ, ਪਰ ਸਾਧ ਸੰਗਤ ਜੀ ਗੁਰੂ ਸਾਹਿਬ ਮਹਾਰਾਜ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗਿਆ ਸੱਚੇ ਪਾਤਸ਼ਾਹ ਜੀ, ਮੈਂ ਨਿਉਲੀ ਕਰਮ ਵੀ ਕੀਤੇ ਹੈ, ਯੋਗ ਸਾਧਨਾ ਦੁਆਰਾ ਧੋਤੀ ਆਦਿ ਕਰਮਾਂ ਨੂੰ ਕੀਤਾ ਏ, ਕੁੰਡਲਨੀ ਜਿਹੜੀ ਨਾੜੀ ਹੈ ਉਹਨੂੰ ਵੀ ਸਾਧਿਆ, ਵਸ ਕਰ ਲਿਆ, ਭਾਵ ਜਿੱਤ ਕੇ ਵੇਖ ਲਿਆ। ਪੰਜ ਜਨਾ ਸਿਓ ਸੰਗ ਨਾ ਛੁੱਟ ਗਿਓ। ਮਹਾਰਾਜ ਨੂੰ ਕਹਿਣ ਲੱਗਿਆ ਸੱਚੇ ਪਾਤਸ਼ਾਹ ਜੀ, ਯੋਗਾ ਅਭਿਆਸ ਦੇ ਸਹਿਤ ਮੈਂ ਇਹ ਸਭ ਕਰਮ ਕੀਤੇ ਹੈ, ਪਰ ਇਨ੍ਹਾਂ ਸਾਧਨਾ ਦੇ ਨਾਲ ਜਿਹੜੇ 5 ਦੂਤ ਹੈ, 5 ਜਾਣੇ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਵਸ ਨਾ ਹੋਏ, ਉਹਦੇ ਤੋਂ ਸਾਥ ਨਹੀਂ ਛੁੱਟਿਆ। ਸੱਚੇ ਪਾਤਸ਼ਾਹ ਜੀ ਇਹ ਸਭ ਕੁਝ ਕਰਨ ਦੇ ਬਾਵਜੂਦ ਦੇਖੋ ਸਾਧ ਸੰਗਤ ਜੀ, ਭਾਵੇਂ ਜਿਹੜੇ ਯੋਗੀ ਲੋਕ ਸੀ, ਇਹਨਾਂ ਅੰਦਰ ਕਿਸੇ 'ਚ ਤਾਮ ਸੀ, ਬਿਰਤੀ ਜ਼ਿਆਦਾ ਸੀ, ਕਿਸੇ 'ਚ ਰਾਜ ਸੀ। ਸਤੋਗੁਣੀ ਤੇ ਸਾਧ ਸੰਗਤ ਜੀ ਕੋਈ ਸੀ, ਭਰਥਰੀ ਰਾਜੇ ਵਾਂਗ। ਸਾਧ ਸੰਗਤ ਜੀ ਭਰਥਰੀ ਰਾਜਾ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਮਿਲਾਪ ਹੋਇਆ, ਐਸਾ ਰਾਜਾ ਸੀ ਭਰਥਰੀ ਰਾਜਾ, ਪਰ ਹਰੇਕ ਕੋਈ ਭਰਥਰੀ ਰਾਜਾ ਨਹੀਂ ਕਿ ਉਹਨਾਂ ਵਿੱਚ ਇਹੋ ਜਿਹੇ ਵੀ ਜੋਗੀ ਸੀ ਜਿਹੜੇ ਤਾਮਸੀ ਸੁਭਾਅ ਵਾਲੇ ਸੀ, ਭਾਵ ਕਿ ਕ੍ਰੋਧੀ ਸੁਭਾਅ ਵਾਲੇ ਸੀ ਜਾਂ ਰਾਜ ਸੀ। ਕਿਉਂਕਿ ਮਾਇਆ ਦੇ 3 ਰੂਪ ਹੈ ਨਾ, ਰਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਭਗਤ ਕਬੀਰ ਜੀ ਦਾ ਬਚਨ ਹੈ। ਤੋ ਉਹ ਸਾਧ ਸੰਗ ਜਿਹੜੇ ਜੋਗੀ ਲੋਕ ਹੈ ਉਹ ਸਾਧਨ ਤਾਂ ਕਰਦੇ ਰਹੇ, ਕਿਸੇ ਵਿੱਚ ਸਾਧ ਸੰਗਤ ਜੀ ਕ੍ਰੋਧੀ ਸੁਭਾਅ ਹੋ ਗਿਆ, ਕੋਈ ਹੰਕਾਰੀ ਹੋ ਗਿਆ, ਕੋਈ ਸਾਧ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ ਯੋਗ ਸਾਧਨਾ ਦੇ ਕਰਕੇ ਛੇਤੀ ਹੀ, ਤੇ ਕੋਈ ਉਹ ਲੋਭ ਵਿੱਚ ਹੀ ਲੱਗਿਆ ਰਿਹਾ, ਭਾਵ ਵਡਿਆਈ ਮੇਰੀ ਬੱਲੇ ਬੱਲੇ ਹੋਵੇ, ਲੋਕ ਮੈਨੂੰ ਮੱਥੇ ਟੇਕਣ। ਤੋ 5 ਜਣਿਆਂ ਤੋਂ ਸਾਧ ਤੇ ਛੁੱਟਿਆ ਹੀ ਨਹੀਂ ਹੈ ਸਾਧ ਸੰਗਤ ਜੀ। ਮਹਾਰਾਜ ਸਾਹਿਬ ਜੀ ਨੂੰ ਸਿੱਖ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਮੈਂ ਯੋਗ ਸਾਧਨ ਬੜੇ ਕੀਤੇ, ਯੋਗ ਸਾਧਨਾ ਦੇ ਕਰਕੇ ਨਿਉਲੀ ਕਰਮ ਵੀ ਕੀਤਾ, ਇਹ ਕੁੰਡਲਨੀ ਨਾੜੀ ਨੂੰ ਵੀ ਸਾਧ ਲਿਆ, ਰਿੱਧੀਆਂ ਸਿੱਧੀਆਂ ਦੀ ਵੀ ਪ੍ਰਾਪਤੀ ਹੋ ਗਈ, ਪਰ ਰਿੱਧੀਆਂ ਸਿੱਧੀਆਂ ਆਉਣ ਕਰਕੇ ਫਿਰ ਮੈਂ ਉੱਥੇ 5 ਜਣਿਆਂ 'ਚ ਹੀ ਫਸ ਗਿਆ, ਸਾਥ ਨਹੀਂ ਛੁੱਟਿਆ ਮੇਰਾ। ਅਦਕ ਅਹੰ ਬੁੱਧ ਬਾਧੇ, ਸਤਿਗੁਰੂ ਜੀ ਦੱਸਦੇ ਹਨ, ਅਦਕ ਅਹੰ ਬੁੱਧ ਬਾਧੇ। ਅਹੰ ਨਾਮ ਹੰਕਾਰ ਦਾ ਹੈ, ਬੁੱਧ ਨਾਮ ਅਕਲ ਦਾ, ਮਤ ਦਾ। ਸਾਧ ਸੰਗਤ ਜੀ ਸਤਿਗੁਰੂ ਜੀ ਨੂੰ ਕਹਿੰਦਾ ਸਿੱਖ ਕਿ ਮਹਾਰਾਜ ਜੀ ਮੇਰੀ ਬੁੱਧੀ ਵਿੱਚ ਹੰਕਾਰ ਆ ਗਿਆ, ਅਦਕ ਬਹੁਤ ਜ਼ਿਆਦਾ ਹੰਕਾਰ ਨਾਲ ਬੰਨਿਆ ਗਿਆ ਮੈਂ ਕਿ ਮੈਂ ਨਿਉਲੀ ਕਰਮ ਕੀਤੇ ਹੈ, ਮੈਂ ਰਿੱਧੀਆਂ ਸਿੱਧੀਆਂ ਦਾ ਮਾਲਕ ਹਾਂ, ਮੈਂ ਯੋਗ ਸਾਧਨਾ ਦੇ ਸਹਿਤ ਸਭ ਕਰਮ ਕੀਤੇ ਹੈ। ਇਹ ਸੱਚੇ ਪਾਤਸ਼ਾਹ ਜੀ 5 ਜਣਿਆਂ ਤੋਂ ਸਾਥ ਤਾਂ ਫਿਰ ਵੀ ਨਹੀਂ ਛੁੱਟਿਆ। ਸਾਧ ਸੰਗਤ ਜੀ ਜੇ ਕੋਈ ਯਤਨ ਕਰਕੇ ਵੀ 4 ਵਿਕਾਰਾਂ ਤੋਂ ਸਾਥ ਛੁਡਾ ਲਵੇ, ਪਰ ਹੰਕਾਰ ਫਿਰ ਵੀ ਆ ਜਾਏਗਾ ਕਿ ਮੇਰੇ ਅੰਦਰ ਕੋਈ ਵਿਕਾਰ ਨਹੀਂ ਹੈ, ਸੂਖਮ ਹੰਕਾਰ ਆ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਪੜ੍ਹਨ ਦਾ ਫਾਇਦਾ ਇਹ ਹੈ ਕਿ ਗੁਰੂ ਸਾਹਿਬ ਜੀ ਪੜ੍ਹੀ ਹੋਈ ਬਾਣੀ ਉਹ ਸਿੱਖ ਦੀ ਲਾਜ ਰੱਖਦੇ ਆ ਕਿ ਜੇ ਸੂਖਮ ਹੰਕਾਰ ਵੀ ਆ ਜਾਏ, ਸਤਿਗੁਰੂ ਜੀ ਕਿਸੇ ਤਰੀਕੇ ਨਾਲ ਸਾਧ ਸੰਗਤ ਜੀ ਉਹ ਹੰਕਾਰ ਦਾ ਨਾਸ਼ ਕਰਦੇ ਹੈ ਕਿ ਮੇਰਾ ਸਿੱਖ ਇਹ ਹੰਕਾਰ ਦੇ, ਕਿਉਂਕਿ ਸਭ ਤੋਂ ਵੱਡਾ ਰੋਗ ਹੀ ਇਹ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਹਉਮੈ ਰੋਗ ਮਾਨਕ ਕਉ ਦੀਨਾ, ਕਿ ਇਹ ਜਿਹੜਾ ਹਉਮੈ ਦਾ ਰੋਗ ਹੈ ਮਨੁੱਖ ਨੂੰ ਦਿੱਤਾ ਹੋਇਆ, ਹਉਮੈ ਕਰਕੇ ਹੀ ਸਾਧ ਸੰਗਤ ਜੀ ਜਿਹੜਾ ਮਨੁੱਖ ਹੈ ਉਹ ਪਰਮੇਸ਼ਰ ਤੋਂ ਦੂਰ ਹੁੰਦਾ। ਹਉਮੈ ਦਾ ਰੋਗ ਐਸਾ ਹੈ, ਹਉਮੈ ਦੀਰਘ ਰੋਗ ਹੈ, ਹਉਮੈ ਨਾਵੇ ਨਾਲ ਵਿਰੋਧ ਹੈ। ਬੜੀਆਂ ਪੰਕਤੀਆਂ ਨੇ ਸਤਿਗੁਰਾਂ ਦੀ ਬਾਣੀ 'ਚ ਕਿ ਮਹਾਰਾਜ ਨੇ ਆਖਿਆ ਕਿ ਹਉਮੈ ਦਾ ਸਭ ਤੋਂ ਵੱਡਾ ਰੋਗ ਮਨੁੱਖ ਨੂੰ ਦੇਣਾ ਕੀਤਾ ਹੈ।
ਭਾਵੇਂ ਕਿ ਸਾਧ ਸੰਗਤ ਜੀ ਵਿਕਾਰ ਆਪੋ ਆਪਣੇ ਥਾਈਂ ਸਾਰੇ ਪ੍ਰਬਲ ਨੇ, ਪਰ ਹੰਕਾਰ ਹੈ ਨਾ ਜਿੱਥੇ ਸਾਧ ਸੰਗਤ ਜੀ ਕਿ ਮੈਂ ਬਹੁਤ ਬਾਣੀ ਪੜ੍ਹਦਾ ਹਾਂ, ਮੈਂ ਸੇਵਾ ਕਰਦਾ ਹਾਂ, ਮੈਂ ਸਤਸੰਗੀ ਹਾਂ, ਮੈਂ ਗਿਆਨੀ ਵਿਦਵਾਨ ਹਾਂ, ਇਹ ਸਾਧ ਸੰਗਤ ਜੀ ਹੰਕਾਰ ਦੀਆਂ ਬਿਰਤੀਆਂ ਨੇ ਸਾਰੀਆਂ। ਇਹ ਤੇ ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਕੋਲ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਕਰਿਓ ਕਿਤੇ ਹੰਕਾਰ ਨਾ ਆਵੇ, ਕਿਉਂਕਿ ਹੰਕਾਰ ਵਾਹਿਗੁਰੂ ਜੀ ਨੂੰ ਚੰਗਾ ਨਹੀਂ ਲੱਗਦਾ। ਇਸੇ ਕਰਕੇ ਉਹ ਸਿੱਖ ਕਹਿਣ ਲੱਗਿਆ, ਸੱਚੇ ਪਾਤਸ਼ਾਹ ਮੈਂ ਸਭ ਕਰਮ ਕਰ ਲਏ ਤੇ ਮਨ ਅੰਦਰ ਹੰਕਾਰ ਆ ਗਿਆ, ਬੁੱਧੀ ਵਿੱਚ ਹੰਕਾਰ ਆ ਗਿਆ, ਮੈਂ ਹੰਕਾਰ ਕਰਕੇ ਬੰਨਿਆ ਗਿਆ ਕਿ ਮੈਂ ਬੜਾ ਵੱਡਾ ਜੋਗੀ ਹਾਂ, ਮੈਂ ਬੜੇ ਵੱਡੇ ਸਾਧਨ ਕੀਤੇ ਐ, ਰਿੱਧੀਆਂ ਸਿੱਧੀਆਂ ਦਾ ਮਾਲਕ ਹਾਂ। ਪਿਆਰੇ ਐਨ ਬੈਦ ਮਲਣ ਨਾ ਜਾਈ। ਸਾਧ ਸੰਗਤ ਜੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਕਹਿਣ ਲੱਗਾ, ਹੇ ਮੇਰੇ ਪਿਆਰੇ ਸਤਿਗੁਰੂ ਜੀ, ਇਨ ਬਿਦ ਮਿਲਣ ਨਾ ਜਾਈ। ਮੈਂ ਸਭ ਕਰਮ ਕਰਕੇ ਵੇਖ ਲਏ, ਇਹ ਵਿਧੀਆਂ ਕਰਕੇ ਮੈਂ ਮਿਲਿਆ ਨਹੀਂ ਪਰਮਾਤਮਾ ਨੂੰ। ਮੈਂ ਕੀਏ ਕਰਮ ਅਨੇਕਾ। ਸਤਿਗੁਰੂ ਜੀ ਮੈਂ ਬਹੁਤ ਵੱਡੇ ਵੱਡੇ ਕਰਮ ਵੀ ਕਰਕੇ ਵੇਖ ਰਹੇ, ਅਨੇਕ। ਮਹਾਰਾਜ ਉਹ ਸਭ ਕਰਮ ਜਿਹੜੇ ਕੀਤੇ ਐ ਸਭ ਵਿਧੀਆਂ ਕਰਕੇ ਤਰੀਕਿਆਂ ਨਾਲ ਮਹਾਰਾਜ, ਫਿਰ ਵੀ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਨਾਲ ਮਿਲਿਆ ਨਹੀਂ ਗਿਆ। ਹੇ ਪਿਆਰੇ ਸਤਿਗੁਰੂ ਜੀ, ਹਾਰ ਭਰਿਓ ਸੁਆਮੀ ਕੈ ਦੁਆਰੈ। ਦੀਨ ਦੁਨੀਆ ਦੇ ਮਾਲਕ ਨੂੰ ਸਿੱਖ ਕਹਿਣ ਲੱਗਿਆ ਕਿ ਸੱਚੇ ਪਾਤਸ਼ਾਹ ਜੀ ਮੈਂ ਹਾਰ ਭਰਿਓ ਸੁਆਮੀ ਕੈ ਦੁਆਰੈ। ਸੁਆਮੀ ਮਾਲਕ ਜੋ ਵਾਹਿਗੁਰੂ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾ ਰੇ। ਸਾਧ ਸੰਗਤ ਜੀ ਅੱਜ ਦਾ ਜੋ ਮਹਾਰਾਜ ਦਾ ਪਵਿੱਤਰ ਹੁਕਮਨਾਮਾ ਅੰਮ੍ਰਿਤ ਵੇਲੇ ਮੁੱਖ ਵਾਕ ਜੋ ਆਇਆ ਪ੍ਰਕਾਸ਼ ਹੋਣ ਵੇਲੇ ਆਪ ਜੀ ਉਹਦੀ ਵਿਚਾਰ ਸਰਵਣ ਕਰਦੇ ਹੋ। ਉਹ ਸਿੱਖ ਕਹਿਣ ਲੱਗਿਆ, ਮਹਾਰਾਜ ਹਾਰ ਭਰਿਓ ਸੁਆਮੀ ਕੈ ਦੁਆਰੈ। ਮੈਂ ਹਾਰ ਪੈ ਕੇ ਹਾਰ ਗਿਆ, ਸਭ ਕੁਝ ਕਰਕੇ ਥੱਕ ਗਿਆ, ਹੁਣ ਮਹਾਰਾਜ ਮੈਂ ਤੁਹਾਡੇ ਦੁਆਰੇ ਆਇਆ। ਹੇ ਮੇਰੇ ਮਾਲਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਮੈਂ ਸਭ ਸਾਧਨ ਕਰਕੇ ਥੱਕ ਗਿਆ, ਕਰਮਾਂ ਦਾ ਆਸਰਾ ਛੱਡ ਕੇ ਵੀ ਕਈ ਕਹਿ ਦਿੰਦੇ ਆ ਕਿ ਜੋ ਕਰਮਾਂ ਵਿੱਚ ਹੋਵੇਗਾ ਮਿਲ ਜਾਏਗਾ। ਸਾਧ ਸੰਗਤ ਜੀ ਕਰਮਾਂ ਨੂੰ ਕੱਟਣ ਵਾਲੇ ਤੇ ਸਤਿਗੁਰੂ ਜੀ ਨੇ, ਸਤਿਗੁਰੂ ਜੀ ਦਾ ਨਾਮ ਹੈ, ਬਾਣੀ ਹੈ। ਤੋ ਉਹ ਜੇ ਸਿੱਖ ਕਹਿਣ ਲੱਗਿਆ, ਜੇ ਕਹਿ ਦਿੰਦਾ ਸੋਚ ਲੈਂਦਾ ਵੀ ਮੇਰੇ ਕਰਮਾਂ 'ਚ ਹੋਵੇਗਾ ਤੇ ਮਿਲ ਜਾਵੇਗਾ। ਸਾਧ ਸੰਗਤ ਜੀ ਹੁਣ ਇੱਦਾਂ ਤੇ ਉਹ ਧਰੂ ਭਗਤ ਦੀ ਮਾਤਾ ਕਹਿ ਦਿੰਦੀ ਕਿ ਧਰੂ ਤੇਰੇ ਕਰਮਾਂ 'ਚ ਨਹੀਂ ਹੈ ਰਾਜ ਭਾਗ, ਤੇ ਧਰੂ ਬੈਠਾ ਰਹਿੰਦਾ ਸਾਧ ਸੰਗਤ ਜੀ ਹੱਥ 'ਤੇ ਹੱਥ ਰੱਖ ਕੇ। ਪਰ ਨਹੀਂ, ਉਹਨੇ ਆਪਣੀ ਮਾਂ ਤੋਂ ਪੁੱਛਿਆ, ਮਾਂ ਦੱਸ ਕਿ ਭਗਤ ਭਾਈ ਗੁਰਦਾਸ ਜੀ ਨੇ ਆਖਿਆ ਨਾ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜੋ ਠਾਲਿਆ, ਮਨ ਵਿੱਚ ਰੋਸ ਮਤਰੀ ਕੀਤਾ, ਡਡਹੁਲ ਕਾ ਮਾਂ ਪੁੱਛੇ ਤੂੰ ਸੁਵਾਣੀ ਕੇ ਸੁਰੀਤਾ। ਤੇ ਉਹਦੀ ਮਾਂ ਕਹਿੰਦੀ ਸਾਵਾਣੀ ਹਾਂ ਜਨਮ ਦੀ। ਭਗਤ ਧਰੂ ਜੀ ਦੀ ਮਾਤਾ ਨੇ ਬਚਨ ਕੀਤਾ ਸੀ ਕਿ ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਉਸ ਵੇਲੇ ਆਖਿਆ ਸੀ ਕਿ ਮੈਂ ਭਗਤੀ ਨਹੀਂ ਕੀਤੀ, ਇਹ ਸਭ ਤੋਂ ਵੱਡਾ ਕਰਮ ਨਹੀਂ ਕੀਤਾ ਮੈਂ। ਸਾਧ ਸੰਗਤ ਜੀ ਹੋਰ ਦੇ ਨਿੱਕੇ ਮੋਟੇ ਮਾੜੇ ਮੋਟੇ ਕਰਮ ਨੇ, ਇਹ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਹੈ ਕਿ ਉਹ ਵਾਹਿਗੁਰੂ ਜੋ ਨਿਰੰਕਾਰ ਦੀ ਬਾਣੀ ਹੈ, ਉਹ ਮਹਿਮਾ ਹੈ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦੀ ਨਾਮ ਦੀ, ਕਿ ਸਭ ਕਰਮ ਨਾਸ਼ ਹੋ ਜਾਂਦੇ ਹੈ। ਤੇ ਜੇ ਭਗਤ ਧਰੂ ਜੀ ਇੱਦਾਂ ਹੀ ਕਹਿ ਦਿੰਦੇ ਕਿ ਮਾਂ ਮੇਰੇ ਕਰਮਾਂ 'ਚ ਨਹੀਂ, ਤੇ ਉਹਦੀ ਮਾਂ ਕਹਿ ਦਿੰਦੀ ਤੇਰੇ ਕਰਮਾਂ 'ਚ ਨਹੀਂ ਹੈ, ਤਾਂ ਉਹ ਭਗਤੀ ਕਰ ਹੀ ਨਹੀਂ ਸੀ ਸਕਦਾ। ਉਸ ਵੇਲੇ ਉਹਨੇ ਆਪਣੀ ਮਾਂ ਨੂੰ ਆਖਿਆ, ਮਾਤਾ ਦੱਸ ਕਿਸ ਉਦਮ ਤੇ ਰਾਜ ਮਿਲੇ, ਉਦਮ ਦੱਸ ਮੈਨੂੰ, ਉਪਾਅ ਦੱਸ ਕੋਈ, ਕਿਸ ਉਦਮ ਤੇ ਰਾਜ ਮਿਲੇ ਕਿ ਮੈਂ ਰਾਜ ਸੁੱਖ ਭੋਗਾਂ। ਸਾਧ ਸੰਗਤ ਜੀ ਕਰਮਾਂ ਦੀ ਗੱਲ ਤੇ ਰਹੀ ਨਹੀਂ ਗਈ ਫਿਰ ਉੱਥੇ। ਤੇ ਫਿਰ ਆਖਿਆ ਕਿ ਸ਼ਤਰੂ ਤੇ ਸਭ ਹੋਵਣ ਮੀਤਾ, ਦੋ ਕੰਮ ਹੋ ਜਾਣ ਕਿ ਸ਼ਤਰੂ ਵੀ ਮਿੱਤਰ ਹੋ ਜਾਣ ਤੇ ਰਾਜ ਵੀ ਮੈਨੂੰ। ਸੰਗਤ ਜੀ ਫਿਰ ਮਾਂ ਨੇ ਆਖਿਆ ਸੀ ਕਿ ਪਰਮੇਸ਼ਰ ਅਰਾਧੀ ਹੈ, ਜਦੂ ਹੋਈ ਹੈ ਪਾਤਤ ਪਨੀਤਾ। ਆਖਣ ਲੱਗੀ ਹੈ ਪੁੱਤਰ ਧਰੂ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਅਰਾਧਨਾ ਕਰ, ਜਿਸ ਕਰਕੇ ਮਹਾਰਾਜ ਕਹਿੰਦੇ, ਉਹਦੀ ਮਾਤਾ ਕਹਿੰਦੀ ਕਿ ਸ਼ਤਰੂ ਤੇ ਸਭ ਹੋਵਣ ਮੀਤਾ, ਪਰਮੇਸ਼ਰ ਅਰਾਧੀਏ ਜਿਦੂ ਹੋਈਐ ਪਾਤਤ ਬਨੀਤਾ। ਭਾਈ ਗੁਰਦਾਸ ਜੀ ਕਹਿੰਦੇ ਉਹਦੀ ਮਾਤਾ ਨੇ ਆਖਿਆ ਉਹਦੇ ਨਾਮ ਨੂੰ ਅਰਾਧਨ ਕਰਕੇ
कि पापियां तो पवित्र हो गए मन हिरदा। जिहड़ा मनुख पाप करन वाला सी ना, वो भी महाराज कहंदे पवित्र हो गया। ये भाई गुरदास जी नाम की महिमा दसदे। तो वेखो फिर साध संगत जी, भगत धरूव जी फिर चले गए बंदगी भगती करन वास्ते, जिस बारे गुरु अर्जन साहिब जी कहंदे अपने लोभ को कीनो मीत। केवल लोभ खातर ही ईरखा भावें ਉਹਦੇ अंदर प्रगट हो गई सी भगत धरूव जी दे, पर साध संगत जी ते ਉਹ ईरखा भी कई गुणा चंगी है, जिस ईरखा करके मनुख वाहिगुरु दे नाम नाल जुड़ जाए। हाँ, ਉਹ ईरखा माड़ी है कि जिस ईरखा विच किसी दा माड़ा होवे, साध संगत जी किसी नूं नीवां दिखाउण दा होवे, ਉਹ ईरखा माड़ी है। साध संगत जिस ईरखा विच बुरापन होवे, तो महाराज जी ने आख्या जिस अंदर तात पराई होवे तिसदा कदे ना होवी भला। भावें कि महाराज ने बचन तां कीते है, पर वेखो अंदर की सी कि मैं वाहिगुरु परमेश्वर निरंकार दा भजन सिमरन करके राज भाग लेना। तो वेखो भजन बंदगी करन चलिया गया केवल लोभ खातर ही। सो साध संगत जी, ਉਹ ਜਿਹੜਾ ਸਿੱਖ ਹੈ ਨਾ, ਉਹ ਮਹਾਰਾਜ ਨੂੰ ਕਹਿਣ ਲੱਗਿਆ ਸੱਚੇ ਪਾਤਸ਼ਾਹ ਜੀ ਹਾਰ ਪਰਿਓ ਸੁਆਮੀ ਕਹਿ ਦੁਆਰੇ। ਮਹਾਰਾਜ ਮੈਂ ਕਰਮ ਵੀ ਕਰ ਲਏ ਸਾਰੇ, ਇਹ ਜਿਹੜੇ ਯੋਗ ਸਾਧਨ ਦੇ ਸਹਿਤ ਸੀ, ਔਰ ਆਪਣੇ ਕਰਮਾਂ ਨੂੰ ਵੀ ਛੱਡ ਦਿੱਤਾ। ਸਾਧ ਸੰਗਤ ਜੀ, ਕਰਮਾਂ ਨੂੰ ਇਉਂ ਛੱਡਿਆ ਕਿ ਮਹਾਰਾਜ ਸਭ ਕੁਝ ਕਰਨ ਦੇ ਸਮਰੱਥ ਆਪ ਜੀ ਹੀ ਹੋ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮੈਂ ਹਾਰ ਪਰਿਓ ਸੁਆਮੀ ਕਹਿ ਦੁਆਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੁਆਮੀ ਦੇ ਦੁਆਰੇ, ਭਾਵ ਗੁਰੂ ਅਰਜਨ ਸਾਹਿਬ ਜੀ ਹੁਣ ਤੁਹਾਡੇ ਦੁਆਰੇ ਆਇਆ ਹਾਂ ਥੱਕ ਹਾਰ ਕੇ। ਤੀਜੈ ਬੁੱਧ ਬਵੇਕਾਰ ਹਾਉ। ਮਹਾਰਾਜ ਸਤ ਸੰਗਤ ਰੂਪੀ ਦਰ ਤੇ ਆ ਗਿਆ ਮੈਂ ਤੁਹਾਡੇ ਚਰਨਾਂ 'ਚ। ਕਿਰਪਾ ਕਰੋ ਆਪ ਜੀ ਮੈਨੂੰ ਵਿਵੇਕ ਬੁੱਧੀ ਦੇਣੀ ਕਰੋ। ਵਿਵੇਕ ਬਿਬ ਨਾਮ ਫਾਰਸੀ ਵਿੱਚ ਦੋ ਦਾ ਹੈ, ਤੁਸੀਂ ਪੜ੍ਹਦੇ ਹੋ ਨਾ, ਹਰ ਜਨ ਹਰ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਬਿਬ ਨਾਮ ਫਾਰਸੀ ਵਿੱਚ ਦੋ ਨੂੰ ਕਹਿੰਦੇ ਹੈ। ਬਿਬ ਏਕ ਭਾਵ ਦੋ ਤੋਂ ਇੱਕ ਹੋ ਜਾਣਾ। ਸਾਧ ਸੰਗਤ ਜੀ, ਅਸੀਂ ਤੇ ਅਕਾਲ ਪੁਰਖ ਵਿੱਚ ਹੁਣ ਅਸੀਂ ਦੋ ਆ ਨਾ, ਅਸੀਂ ਜੀਵ ਤੇ ਅਕਾਲ ਪੁਰਖ ਵਾਹਿਗੁਰੂ ਈਸ਼ਵਰ। ਪਰ ਸਾਧ ਸੰਗਤ ਜਿਸ ਵੇਲੇ ਵਿਵੇਕ ਬੁੱਧੀ ਦੀ ਪ੍ਰਾਪਤੀ ਹੋ ਜਾਏ, ਉਸ ਵੇਲੇ ਜਿਹੜਾ ਜੀਵ ਹੈ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦਾ। ਜਿਵੇਂ ਕਬੀਰ ਸਾਹਿਬ ਜੀ ਨੇ ਆਖਿਆ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਕਬੀਰ ਮਹਾਰਾਜ ਜੀ ਕਹਿੰਦੇ ਕਿ ਮੇਰੇ ਵਿੱਚ ਤੇ ਅਕਾਲ ਪੁਰਖ ਵਿੱਚ ਕੋਈ ਅੰਤਰ ਨਹੀਂ ਹੈ, ਭੇਦ ਨਹੀਂ ਹੈ, ਅਸੀਂ ਹੁਣ ਇੱਕ ਹੋ ਗਏ ਹਾਂ। ਸਾਧ ਸੰਗਤ ਜੀ, ਇੱਕ ਹੋਣ ਵਾਸਤੇ ਅਕਾਲ ਪੁਰਖ ਦੀ ਬੰਦਗੀ ਹੋਈ ਹੈ, ਭਜਨ ਸਿਮਰਨੀ ਹੈ, ਸਤਿਗੁਰਾਂ ਦੀ ਬਾਣੀ ਪ੍ਰੇਮ ਕਰਨਾ, ਸ਼ਰਧਾ ਭਾਵਨਾ ਰੱਖਣੀ ਆਪਣੇ ਗੁਰੂ ਤੇ ਸਾਧ ਸੰਗਤ ਜੀ ਫਿਰ ਇੱਕ ਹੋਵਾਂਗੇ। ਜਿੰਨਾ ਚਿਰ ਅਸੀਂ ਇੱਕ ਨਹੀਂ ਨਾ ਹੁੰਦੇ, ਉਹਨਾਂ ਚਿਰ ਸਾਧ ਸੰਗਤ ਜੀ ਜਿਹੜਾ ਜੰਮਣ ਮਰਨ ਉਹ ਲੱਗਿਆ ਹੀ ਰਹੇਗਾ ਮਨੁੱਖ ਨੂੰ। ਜਦੋਂ ਮਨੁੱਖ ਇੱਕ ਹੋ ਜਾਂਦਾ ਹੈ, ਉਸ ਵੇਲੇ ਸਾਧ ਸੰਗਤ ਜੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ, ਪ੍ਰਮਾਤਮਾ ਦੀ ਨਿਆਈ। ਸਾਧ ਸੰਗਤ ਜੀ ਸਤਚਿਤ ਆਨੰਦ ਸਰੂਪ ਦਾ ਉਹ ਰੂਪ ਹੋ ਜਾਂਦਾ ਜੀਵ। ਇਸੇ ਕਰਕੇ ਉਹ ਸਿੱਖ ਸੇ ਜਿਹੜਾ ਕਹਿਣ ਲੱਗਿਆ, ਮਹਾਰਾਜ ਕਿਰਪਾ ਕਰੋ ਆਪ ਜੀ ਮੇਰੇ ਤੇ ਕਿ ਮੈਂ ਸਤ ਸੰਗਤ ਰੂਪੀ ਦਰ ਤੇ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਵਿਵੇਕ ਬੁੱਧੀ ਦੇਣੀ ਕਰੋ, ਮੇਰੇ ਬੁੱਧੀ ਦੇ ਅੰਦਰ ਜੀਵ ਏਸ਼ ਦੀ ਏਕਤਾ ਦਾ ਗਿਆਨ ਦੇਣਾ ਕਰੋ, ਜਿਸ ਬਾਰੇ ਸਾਧ ਸੰਗਤ ਜੀ ਆਪ ਜੀ ਨੇ ਸੁਣਿਆ ਹੁਣ ਕਿ ਸਾਡੇ ਅੰਦਰ ਤੇ ਪ੍ਰਮਾਤਮਾ ਦੇ ਅੰਦਰ ਭੇਦ ਪੈ ਗਿਆ ਇੱਕ। ਉਹ ਭੇਦ ਕਾਹਦਾ ਪਿਆ? ਅਗਿਆਨਤਾ ਦਾ ਕਰਕੇ, ਹਉਮੈ ਦਾ ਕਰਕੇ, ਅਵਿਦਿਆ ਦਾ ਕਰਕੇ। ਤੇ ਜਿੰਨਾ ਚਿਰ ਉਹ ਪੜਦਾ ਚੱਕਿਆ ਹੀ ਨਹੀਂ ਜਾਂਦਾ ਅਗਿਆਨਤਾ ਦਾ, ਅਵਿਦਿਆ ਦਾ ਜਾਂ ਸਾਧ ਸੰਗਤ ਜੀ ਉਹ ਹਉਮੈ ਦਾ, ਉਹਨਾਂ ਚਿਰ ਅਸੀਂ ਇੱਕ ਹੋ ਹੀ ਨਹੀਂ ਸਕਦੇ। ਤਾਂ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਮੇਲ ਮਿਲਾਪ ਕਰਨ ਲਈ ਗੁਰੂ ਕੋਲ ਜਾਣਾ ਪੈਂਦਾ ਹੈ। ਹੁਣ ਸਮਝ ਗਏ ਹੋਵੋਗੇ ਆਪ ਜੀ ਸਾਰੇ ਕਿ ਵੇਖੋ ਇੱਕ ਸਿੱਖ ਨੇ ਕਿੰਨੇ ਸਾਧਨ ਕੀਤੇ, ਪਾਠ ਵੀ ਪੜ੍ਹੇ, ਵੇਦਾਂ ਨੂੰ ਵੀ ਵਿਚਾਰਿਆ, ਕੁੰਡਲਨੀ ਵੀ ਸਾਧ ਲਈ, ਪਰ ਫਿਰ ਵੀ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਹੜਾ ਕਹਿੰਦਾ ਨਾ ਮੈਂ ਇੱਦਾਂ ਹੀ ਵਾਹਿਗੁਰੂ ਦੀ ਪ੍ਰਾਪਤੀ ਕਰ ਲਵਾਂਗਾ, ਸਭ ਕੁਝ ਕਰੀ ਜਾਵੇ, ਪਰ ਸਾਧ ਸੰਗਤ ਜੀ ਕੁਝ ਵੀ ਨਹੀਂ ਹੋ ਸਕਦਾ। ਜਿਵੇਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਭਾਵੇਂ ਛੋਟੀ ਉਮਰ ਹੀ ਬੰਦਗੀ ਕਰਦੇ ਰਹੇ ਮਹਾਰਾਜ ਪਰਮੇਸ਼ਰ ਦੀ। ਤੋ ਸਾਧ ਸੰਗਤ ਜੀ ਤੋ ਕਿਸੇ ਸਾਧੂ ਮਹਾਤਮਾ ਨੇ ਆਖਿਆ ਸੀ ਕਿ ਕਬੀਰ ਸਾਹਿਬ ਜੀ
ਤੁਸੀਂ ਕੋਈ ਗੁਰੂ ਧਾਰਿਆ? ਤੇ ਕਬੀਰ ਸਾਹਿਬ ਨੇ ਕਹਿੰਦੇ ਜੀ ਮਹਾਰਾਜ ਮੈਂ ਕੋਈ ਗੁਰੂ ਤੇ ਧਾਰਿਆ ਨਹੀਂ। ਸਾਧ ਸੰਗਤ ਜੀ ਉਹਨੂੰ ਮਹਾਤਮਾ ਕਹਿਣ ਲੱਗੇ, ਕਬੀਰ ਜੀ ਗੁਰੂ ਧਾਰਨਾ ਬੜਾ ਲਾਜ਼ਮੀ ਹੈ ਕਿ ਗੁਰੂ ਪਾਸੋਂ, ਗੁਰੂ ਦੇ ਮੁਖੋਂ ਕੋਈ ਵੀ ਨਾਮ ਨਿਕਲੇ, ਰਾਮ ਉਹਨੇ ਆਖਿਆ ਕਿ ਅੱਲਾ ਆਖਿਆ, ਵਾਹਿਗੁਰੂ ਖੁਦਾ ਆਖਿਆ, ਗੁਰੂ ਦੇ ਨਿਕਲਿਆ ਹੋਇਆ ਮੁਖੋਂ ਨਾਮ ਹੀ, ਉਸ ਨਾਮ ਦੀ ਆਰਾਧਨਾ ਕਰਨੀ ਹੈ ਤੇ ਆਰਾਧਨਾ ਕੀਤੀ ਹੋਈ ਪਰਮੇਸ਼ਰ ਦੇ ਨਾਮ ਦੀ, ਫਿਰ ਹੀ ਉਹਦੀ ਪ੍ਰਾਪਤੀ ਹੋਵੇਗੀ। ਤੋ ਸਾਧ ਸੰਗਤ ਜੀ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਦੇ ਜਦੋਂ ਇਉਂ ਬਚਨ, ਮਹਾਤਮਾ ਨੇ ਬਚਨ ਇਉਂ ਆਖੇ, ਕਬੀਰ ਸਾਹਿਬ ਜੀ ਨੇ ਬਚਨਾਂ ਨੂੰ ਸੱਤ ਕਰਕੇ ਮੰਨਿਆ। ਲੱਭਣ ਲੱਗੇ ਕੋਈ ਐਸਾ ਗੁਰੂ ਕੌਣ ਹੈ, ਐਸਾ ਕੋਈ ਬ੍ਰਹਮ ਗਿਆਨੀ ਤਤ ਬੇਤਾ ਕੌਣ ਹੈ ਜਿਹੜਾ ਮੈਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਦਵੇ। ਤੋ ਵੇਖਿਆ ਕਿ ਸਵਾਮੀ ਰਾਮਾਨੰਦ ਜੀ ਮਹਾਰਾਜ ਨੇ, ਬ੍ਰਾਹਮਣਾਂ ਦੇ ਘਰ ਦਾ ਉਹਨਾਂ ਦਾ ਅਵਤਾਰ ਹੈ, ਜਨਮ ਹੈ। ਤੋ ਉਸ ਕਰਕੇ ਸਾਧ ਸੰਗਤ ਜੀ ਕਹਿਣ ਲੱਗੇ ਕਬੀਰ ਜੀ ਕਿ ਉਹੀ ਹੁਣ ਬ੍ਰਹਮ ਗਿਆਨੀ ਹੈ, ਉਹੀ ਸਵਾਮੀ ਗੁਰੂ ਨੇ ਜੋ ਬੜਿਆਂ ਬੜਿਆਂ ਭਗਤਾਂ ਦੇ ਗੁਰੂ ਰਹਿ ਚੁੱਕੇ ਹੈ। ਇਸੇ ਕਰਕੇ ਕਬੀਰ ਸਾਹਿਬ ਜੀ ਨੇ ਫਿਰ ਸਾਧ ਸੰਗਤ ਜੀ ਉਸ ਵੇਲੇ ਕੀ ਕੀਤਾ ਕਿ ਰਾਮਾਨੰਦ ਮਹਾਰਾਜ ਤਾਂ ਬ੍ਰਾਹਮਣ ਨੇ ਤੇ ਮੈਂ ਜੁਲਾਹਾ ਹਾਂ, ਸ਼ੂਦਰ ਹਾਂ, ਉਹਨਾਂ ਨੇ ਮੈਨੂੰ ਕਿੱਥੇ ਉਪਦੇਸ਼ ਦੇਣਾ ਹੈ। ਇਸੇ ਕਰਕੇ ਕੀ ਕੀਤਾ ਕਿ ਮਨ ਵਿੱਚ ਵਿਚਾਰ ਆਈ ਹੈ ਸਾਧ ਸੰਗਤ ਜੀ ਕਿ ਸਵਾਮੀ ਰਾਮਾਨੰਦ ਮਹਾਰਾਜ ਜੀ ਉਹ ਗੰਗਾ 'ਤੇ ਜਾਂਦੇ ਇਸ਼ਨਾਨ ਪਾਣ ਕਰਨ। ਇਉਂ ਕਰੀਏ ਕਿ ਅੰਮ੍ਰਿਤ ਵੇਲੇ ਉੱਠ ਕੇ ਨਾ ਉਸ ਰਸਤੇ ਵਿੱਚ ਪੈ ਜਾਈਏ। ਤੋ ਵੇਖੋ ਸਾਧ ਸੰਗਤ ਜੀ, ਜਿਹਨੂੰ ਗੁਰੂ ਨਾਲ ਪ੍ਰੇਮ ਹੋਵੇ ਤੇ ਗੁਰੂ ਦੀ ਮਹੱਤਤਾ ਨੂੰ ਜਿਹੜਾ ਜਾਣਦਾ ਹੋਵੇ, ਉਹ ਸਾਧ ਸੰਗਤ ਜੀ ਇੱਦਾਂ ਹੀ ਕਰਦਾ ਹੈ ਕਿ ਸਭ ਕੁਝ ਛੱਡ ਦਿੰਦਾ। ਅੰਮ੍ਰਿਤ ਵੇਲੇ ਉੱਠਿਆ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਉੱਠ ਕੇ ਭਗਤ ਕਬੀਰ ਸਾਹਿਬ ਜੀ ਜਿਸ ਰਸਤੇ ਉਹ ਸਵਾਮੀ ਰਾਮਾਨੰਦ ਮਹਾਰਾਜ ਜੀ ਜਾਂਦੇ ਸੀ, ਉਸ ਰਸਤੇ 'ਤੇ ਸਾਧ ਸੰਗਤ ਜੀ ਪੈ ਗਏ ਆ ਕੇ। ਉਸ ਵੇਲੇ ਸਾਧ ਸੰਗਤ ਜੀ ਸਵਾਮੀ ਰਾਮਾਨੰਦ ਮਹਾਰਾਜ ਜੀ ਤੁਰੇ ਜਾ ਰਹੇ ਸੀ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੇ ਹੋਏ, ਗੰਗਾ 'ਤੇ ਇਸ਼ਨਾਨ ਪਾਣ ਕਰਨ। ਅੰਮ੍ਰਿਤ ਵੇਲੇ ਸਾਧ ਸੰਗਤ ਜੀ ਮਹਾਰਾਜ ਦਾ ਚਰਨ ਵੱਜਿਆ ਭਗਤ ਕਬੀਰ ਸਾਹਿਬ ਜੀ ਦੇ ਸਰੀਰ 'ਤੇ। ਤੇ ਆਪ ਜੀ ਨੂੰ ਪਤਾ ਹੈ ਕਿ ਜਿਹੜਾ ਗੁਰੂ ਸਮਰੱਥਤਾ ਰੱਖਦਾ ਹੋਵੇ, ਸਮਰੱਥ ਗੁਰੂ ਹੋਵੇ, ਸਾਧ ਸੰਗਤ ਜੀ ਉਹ ਸਵਾਮੀ ਰਾਮਾਨੰਦ ਮਹਾਰਾਜ ਜੀ ਪੂਰਨ ਬ੍ਰਹਮ ਗਿਆਨੀ ਤਤ ਬੇਤੇ ਸਨ। ਉਹਨਾਂ ਦਾ ਚਰਨ ਵੱਜਣੇ ਕਰਕੇ ਸਾਧ ਸੰਗਤ ਜੀ ਚਰਨ ਛੋਹ ਪ੍ਰਾਪਤ ਹੋ ਗਈ ਕਬੀਰ ਸਾਹਿਬ ਜੀ ਨੂੰ। ਤੇ ਉਸ ਵੇਲੇ ਮੁਖੋਂ ਬਚਨ ਕੀਤਾ, ਉੱਠ ਰਾਮ ਕੇ ਰਾਮ ਕਹੋ, ਇਉਂ ਬਚਨ ਕੀਤਾ ਸਾਧ ਸੰਗਤ ਜੀ। ਉੱਥੋਂ ਫਿਰ ਗੁਰੂ ਦੀਖਿਆ ਲਈ ਕਬੀਰ ਸਾਹਿਬ ਜੀ ਨੇ, ਗੁਰੂ ਦੀਖਿਆ। ਸਾਧ ਸੰਗਤ ਜੀ ਕੋਈ ਪਾਠ ਪੜ੍ਹੇ, ਵੇਦ ਵਿਚਾਰੇ, ਸਭ ਕੁਝ ਕਰਮ ਕਰੇ, ਪਰ ਜਿੰਨਾ ਚਿਰ ਤੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਗੁਰਤਾ ਗੱਦੀ ਪਰ ਸੁਭਾਏ ਮਾਣ ਨੇ, ਇਹਨਾਂ ਦੇ ਤੂੰ ਸਨਮੁਖ ਨਹੀਂ ਹੁੰਦਾ ਸਾਧ ਸੰਗਤ ਜੀ, ਉਹਨਾਂ ਚਿਰ ਤੇਰੇ ਕੀਤੇ ਜਿਹੜੇ ਸਾਧ ਨੇ ਸਭ ਉਹਨੂੰ ਵਿਅਰਥੀ ਸਮਝਣਾ ਕਰ। ਦੇਖੋ ਸਾਧ ਸੰਗਤ ਜੀ ਉਹ ਜਿਹੜਾ ਸਿੱਖ ਸੀ, ਭਾਵੇਂ ਉਹਨੇ ਸਭ ਕੁਝ ਕਰਮ ਕੀਤੇ, ਪਰ ਫਿਰ ਵੀ ਗੁਰੂ ਸਾਹਿਬ ਕੋਲ ਆਉਣਾ ਹੀ ਪਿਆ। ਕਹਿੰਦਾ ਮਹਾਰਾਜ ਕਿਰਪਾ ਕਰੋ, ਮੈਨੂੰ ਉਹ ਬੁੱਧੀ ਦੇਣੀ ਕਰੋ ਜਿਸ ਬੁੱਧੀ ਵਿੱਚ ਬ੍ਰਹਮ ਦਾ ਗਿਆਨ ਹੋਵੇ। ਸੱਚੇ ਪਾਤਸ਼ਾਹ ਜੀ ਜੀਵ ਈਸ਼ ਦੀ ਏਕਤਾ ਦਾ ਜਿਹੜਾ ਗਿਆਨ ਹੈ ਨਾ, ਉਹ ਮੈਨੂੰ ਦੇਣਾ ਕਰੋ। ਮੇਰੀ ਬੁੱਧੀ ਦੇ ਅੰਦਰ ਅਵਿਦਿਆ, ਅਗਿਆਨਤਾ ਸਾਧ ਸੰਗਤ ਜੀ ਉਹ ਮਹਾਰਾਜ ਜੀ ਕੱਟਣੀ ਕਰੋ ਆਪ ਜੀ। ਤੇ ਅਗਿਆਨਤਾ ਲੋਕਾਂ ਅੰਦਰ ਕਿਉਂ ਹੈ? ਕਿਉਂਕਿ ਗਿਆਨ ਨਹੀਂ ਹੈ ਸਾਧ ਸੰਗਤ ਜੀ ਅਸੀਂ ਲੈਣਾ ਕੀਤਾ। ਸਤਿਗੁਰਾਂ ਜੀ ਦੀ ਪਵਿੱਤਰ ਬਾਣੀ ਨੂੰ ਨਹੀਂ ਪੜ੍ਹਿਆ, ਨਾ ਸਾਧ ਸੰਗਤ ਜੀ ਵਿਚਾਰ ਕੋਈ ਸ਼ਰਵਣ ਕੀਤੀ ਹੈ। ਤੇ ਵਿਚਾਰ ਜੇ ਸ਼ਰਵਣ ਕਰ ਲਈ ਫਿਰ ਉਹਦੇ 'ਤੇ ਅਮਲ ਨਹੀਂ ਕੀਤਾ। ਪਹਿਲਾਂ ਤਾਂ ਸਾਧ ਸੰਗਤ ਜੀ ਗੁਰੂ ਧਾਰੀਏ ਪੂਰੇ ਗੁਰੂ ਸਾਹਿਬ ਨੂੰ, ਫਿਰ ਅੰਮ੍ਰਿਤ ਛਕੀਏ, ਫਿਰ ਸਤਿਗੁਰਾਂ ਦੀ ਬਾਣੀ ਪੜ੍ਹੀਏ, ਇਉਂ ਮੰਜ਼ਲੋ ਮੰਜ਼ਲੀ ਜਾਵਾਂਗੇ, ਫਿਰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਉਂ ਸਿੱਖ ਨੇ ਸਾਧ ਸੰਗਤ ਜੀ ਮਹਾਰਾਜ ਕੋਲ ਬੇਨਤੀ ਕੀਤੀ ਹੈ, ਮੋਨ ਭਇਓ ਕਰਪਾਤੀ ਰਹਿਓ। ਆਖਣ ਲੱਗਿਆ ਸੱਚੇ ਪਾਤਸ਼ਾਹ ਜੀ ਮੈਂ ਮੌਨ ਚੁੱਪ ਵੀ ਰਿਹਾ ਬਹੁਤ ਸਮਾਂ, ਮਹਾਰਾਜ ਮੌਨੀ ਹੋ ਕੇ ਬੈਠਾ ਰਿਹਾ, ਕੋਈ ਵੀ ਬਚਨ ਨਹੀਂ ਕੀਤਾ ਮੁਖੋਂ, ਕਰਪਾਤੀ ਰਹਿਓ। ਹੱਥਾਂ ਨੂੰ ਪਾਤਰ ਭਾਂਡਾ ਬਣਾ ਕੇ ਖਾਂਦਾ ਪੀਂਦਾ ਰਿਹਾ ਕਿ ਜਦੋਂ ਮੰਗਣ ਜਾਂਦੇ ਸੀ ਲੋਕਾਂ ਦੇ ਘਰਾਂ 'ਚ ਕਹਿ ਦੇਣਾ ਜੀ ਹੱਥਾਂ ਦੀ ਪਾ ਦਿਓ। ਕਈ ਵਾਰੀ ਆਪਾਂ ਵੀ ਹੱਥਾਂ ਦੀ ਭੋਜਨ ਪਾਣੀ ਛਕਣ ਲੱਗ ਜਾਂਦੇ ਹਾਂ ਸਾਧ ਸੰਗਤ ਜੀ ਘਰ ਵਿਖੇ। ਤੋ ਉਹ ਸਾਧ ਸੰਗਤ ਜੀ ਕਹਿਣ ਲੱਗਿਆ ਮਹਾਰਾਜ ਮੈਂ ਹੱਥਾਂ ਨੂੰ ਹੀ ਪਾਤੀ ਪੱਤਰ ਬਣਾਉਣੇ ਕੀਤੇ। ਮਹਾਰਾਜ ਕਿ ਮੌਨ ਭਇਓ,
ਮੋਨੀ ਹੋ ਗਏ ਹਾਂ। ਤੋ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਨੇ ਬਚਨ ਵੀ ਕੀਤੇ ਹੈ ਕਿ ਮੋਨ ਰਹਿਓ ਕਰਪਾਤੀ, ਫਿਰਿਓ ਨਗਨ ਫਿਰਿਓ ਬਨ ਮਾਹੀ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਫਿਰ ਹੋਰ ਤੇ ਤੂੰ ਕਿਹੜੇ ਕਿਹੜੇ ਸਾਧਨ ਕੀਤੇ? ਤਾਂ ਮਹਾਰਾਜ ਜੀ ਨੂੰ ਬਚਨ ਕਰਦਾ ਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਮਾਰੂ ਰਾਗ ਦੇ ਅੰਦਰ, ਮਹਾਰਾਜ ਜੀ ਕਹਿੰਦੇ ਭਾਈ ਤੂੰ ਭਾਵੇਂ ਮੋਨੀ ਹੋ ਜਾ, ਪਰ ਅੰਦਰ ਦੇ ਤੇਰੇ ਉਹ ਸੰਕਲਪ ਵਿਕਲਪ ਦੀਆਂ ਗੰਢਾਂ ਨੇ। ਮਹਾਰਾਜ ਦਾ ਬਚਨ ਹੈ। ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਹੇ ਸਿੱਖਾ ਹੋਰ ਤੂੰ ਕਿਹੜੇ ਸਾਧਨ ਕੀਤੇ? ਕਹਿੰਦਾ ਮਹਾਰਾਜ ਮੈਂ ਚੁੱਪ ਵੀ ਰਿਹਾ ਤੇ ਹੱਥਾਂ 'ਤੇ ਭੋਜਨ ਰੱਖ ਕੇ ਵੀ ਛਕਦਾ ਰਿਹਾ, ਲੋਕਾਂ ਦੇ ਘਰੋਂ ਮੰਗਣ ਜਾ ਕੇ ਭੋਜਨ ਪਾਣੀ ਛਕਣਾ ਜਾ ਕੇ, ਇਹ ਵੀ ਮੈਂ ਸਾਧਨ ਕੀਤੇ ਸੱਚੇ ਪਾਤਸ਼ਾਹ ਜੀ। ਨਗਨ ਫਿਰਿਓ ਬਨ ਮਾਹੀ, ਨਗਨ ਫਿਰਿਓ ਬਨ ਮਾਹੀ। ਸਾਧ ਸੰਗਤ ਜੀ, ਮਹਾਰਾਜ ਨੂੰ ਕਹਿਣ ਲੱਗਿਆ ਕਿ ਨੰਗਿਆਂ ਹੀ ਮੈਂ ਜੰਗਲਾਂ ਵਿੱਚ ਤੁਰਿਆ ਫਿਰਦਾ ਰਿਹਾ। ਤੋ ਕਬੀਰ ਸਾਹਿਬ ਦੇ ਕੋਲ ਵੀ ਇੱਕ ਪੰਡਤ ਆਇਆ ਸੀ, ਉਹ ਕਹਿੰਦਾ ਸੀ ਮਹਾਰਾਜ ਮੁਕਤੀ ਕਿਵੇਂ ਹੋਵੇ? ਤੇ ਕਬੀਰ ਸਾਹਿਬ ਜੀ ਨੇ ਆਖਿਆ ਸੀ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਗੇ ਕਿਆ ਬਾਧੇ ਚਾਮ, ਜਬਨੀ ਚੀਨਸ ਆਤਮ ਰਾਮ। ਸਤਿਗੁਰੂ ਮਹਾਰਾਜ ਕਬੀਰ ਜੀ ਨੇ ਆਖਿਆ ਸੀ ਹੇ ਭਾਈ ਤੂੰ ਕਹਿਣਾ ਜੇ ਨੰਗਿਆਂ ਰਹਿ ਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਮੁਕਤੀ ਪਾਈ ਦੀ ਹੈ, ਤਾਂ ਮਹਾਰਾਜ ਕਹਿੰਦੇ ਬਨ ਕਾ ਮਿਰਗ ਮੁਕਤ ਸਭ ਹੋਗ। ਜਿੰਨੇ ਵੀ ਬਨ ਦੇ ਮਿਰਗ ਹਿਰਣ ਨੇ ਜਾਨਵਰ ਨੇ ਸਾਰੇ ਮੁਕਤ ਹੋਣੀ ਚਾਹੀਦੀ ਹੈ, ਉਹ ਤੇ ਨੰਗੀ ਫਿਰਦੇ ਨਾ ਕਿਹੜਾ ਬਸਤਰ ਪਾਏ ਹੈ। ਤੋ ਕਬੀਰ ਸਾਹਿਬ ਜੀ ਨੇ ਆਖਿਆ ਸੀ ਭਾਵੇਂ ਤੂੰ ਚੰਮ ਵਧਾ ਲੈ, ਕਿਆ ਨਾਗੇ ਕਿਆ ਵਾਧੇ ਚਾਮ, ਭਾਵੇਂ ਤੂੰ ਨੰਗਾ ਰਹਿ ਤੇ ਕੱਪੜੇ ਵੀ ਬੰਨ ਲੈ ਆਪਣੇ ਚੰਮ ਤੇ ਸਰੀਰ ਤੇ, ਜਬਨੀ ਚੀਨਸ ਆਤਮ ਰਾਮ। ਜਿੰਨਾ ਚਿਰ ਤੂੰ ਆਤਮ ਰਾਮ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਜਾਣਦਾ ਉਹਨਾਂ ਚਿਰ ਮੁਕਤੀ ਹੋਣੀ ਹੀ ਨਹੀਂ ਹੈ। ਕਬੀਰ ਸਾਹਿਬ ਜੀ ਦਾ ਬਚਨ ਹੈ। ਤੋ ਸਾਧ ਸੰਗਤ ਜੀ, ਇਸੇ ਕਰਕੇ ਤੋ ਜੇ ਅਕਾਲ ਪੁਰਖ ਨੂੰ ਜਾਣ ਲਿਆ, ਦੂਜੇ ਪਾਸੇ ਪਤਾ ਗੁਰੂ ਅਰਜਨ ਸਾਹਿਬ ਕੀ ਕਹਿੰਦੇ? ਮਹਾਰਾਜ ਕਹਿੰਦੇ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ। ਜੇ ਸਾਧ ਸੰਗਤ ਜੀ ਵਾਹਿਗੁਰੂ ਨੂੰ ਜਾਣ ਲਿਆ, ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੋਈ ਮਹਾਤਮਾ ਹੋ ਗਿਆ ਸਰਮੱਧ ਫਕੀਰ ਵਾਂਗ। ਸਾਧ ਸੰਗਤ ਜੀ ਦੇਖੋ, ਸਰਮੱਧ ਫਕੀਰ ਨੰਗਿਆ ਫਿਰਦਾ ਹੁੰਦਾ ਸੀ ਦਿੱਲੀ ਦੇ ਵਿੱਚ ਸਾਧ ਸੰਗਤ ਜੀ, ਪਰ ਵੇਖੋ ਮਹਾਰਾਜ ਦਾ ਬਚਨ ਹੈ ਗੁਰਬਾਣੀ ਵਿੱਚ ਬਲਾਵਲ ਰਾਗ ਦਾ ਕਿ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ। ਉਹ ਜੇ ਪਰਮਾਤਮਾ ਦੇ ਰੰਗ ਵਿੱਚ ਜੇ ਨੰਗੇ ਵੀ ਤੁਰੇ ਫਿਰਨ ਤਾਂ ਵੀ ਸੋਭਾ ਪਾਉਣਗੇ ਸਾਧ ਸੰਗਤ ਜੀ। ਐਸੀ ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਹੈ। ਉਹ ਸਿੱਖ ਕਹਿਣ ਲੱਗਿਆ ਮਹਾਰਾਜੋ ਮੈਂ ਨੰਗਾ ਵੀ ਜੰਗਲਾਂ ਵਿੱਚ ਤੁਰਿਆ ਫਿਰਦਾ ਰਿਹਾ, ਇਹ ਵੀ ਮੈਂ ਕਰਮ ਕੀਤਾ ਕਿ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੱਸਦਾ ਨਾਟ ਤੀਰਥ ਸਭ ਧਰਤੀ ਭ੍ਰਾਮਿਓ। ਹੇ ਸੱਚੇ ਪਾਤਸ਼ਾਹ ਜੀ, ਤੱਟ ਤੀਰਥ, ਤੱਟ ਨਾਮ ਕਿਨਾਰੇ ਦਾ, ਮੈਂ ਮਹਾਰਾਜ ਤੀਰਥਾਂ ਦੇ ਕਿਨਾਰਿਆਂ ਦੀ ਵੀ ਜਾਂਦਾ ਰਿਹਾ, ਸਭ ਧਰਤੀ ਭਰਮਿਓ। ਸਭ ਧਰਤੀ ਨੂੰ ਭਰਮਿਆ ਭਟਕ ਕੇ ਮਹਾਰਾਜ ਜੀ ਆਪ ਜੀ ਦੇ ਚਰਨੀ ਆਇਆ। 9 ਖੰਡਾਂ ਵਿੱਚ ਭਟਕਦਾ ਰਿਹਾ। ਸਾਧ ਸੰਗਤ ਜੀ ਸਾਰੀ ਧਰਤੀ ਤੇ ਵੀ ਮੈਂ ਚੱਕਰ ਲਾਉਣੇ ਕੀਤੇ ਹੈ। ਮਹਾਰਾਜ ਜੀ ਨੂੰ ਬਚਨ ਕਰਦਾ ਆ ਸਾਧ ਸੰਗਤ ਜੀ, ਤੇ ਕਹਿੰਦਾ ਮਹਾਰਾਜ ਮੋਨੀ ਵੀ ਰਿਹਾ, ਸਭ ਸਾਧਨ ਕੀਤੇ ਮੈਂ। ਵੇਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੱਸ ਰਿਹਾ। ਤੇ ਵੇਖੋ ਸਾਧ ਸੰਗਤ ਜੀ, ਗੁਰੂ ਦੀ ਏਡੀ ਵੱਡੀ ਮਹੱਤਤਾ ਹੈ ਜ਼ਿੰਦਗੀ ਦੇ ਵਿੱਚ। ਗੁਰੂ ਹੋਣਾ ਬੜਾ ਲਾਜ਼ਮੀ ਹੈ। ਭਾਵੇਂ ਕਿ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੋਵੇ, ਭਾਵੇਂ ਜੇ ਦੁਨਿਆਵੀ ਵੀ ਸੁੱਖ ਲੈਣਾ ਨਾ, ਤੇ ਦੋਵੇਂ ਤਰ੍ਹਾਂ ਦੇ ਵਿੱਚ ਦੇ ਗੁਰੂ ਦੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਹਾਜ਼ਰੀ ਹੋਣੀ ਬੜੀ ਲਾਜ਼ਮੀ ਹੈ। ਦੁਨਿਆਵੀ ਸੁੱਖ ਚਾਹੀਦੇ ਹੈ, ਕਰਮਾਂ ਕਰਕੇ ਕੋਈ ਭੈੜਾ ਰੋਗ ਲੱਗ ਗਿਆ, ਸਰੀਰਕ ਸਾਧ ਸੰਗਤ ਜੀ ਸੁੱਖ ਨਹੀਂ ਹੈ, ਉਹ ਕਰਮ ਰੋਗ ਨੂੰ ਕੱਟਣ ਵਾਲਾ ਗੁਰੂ ਹੀ ਹੈ ਕੇਵਲ। ਸਾਧ ਸੰਗਤ ਜੀ ਧਿਆਨ ਦੇਣਾ, ਸਰੀਰਕ ਰੋਗਾਂ ਨੂੰ ਤੇ ਵੈਦ ਡਾਕਟਰ ਕੱਟ ਦੇਣਗੇ ਦਵਾਈ ਨਾਲ, ਪਰ ਜਿਹੜਾ ਰੋਗ ਕਰਮਾਂ ਦੇ ਸਹਿਤ ਆ ਗਿਆ ਨਾ ਸਾਧ ਸੰਗਤ ਜੀ, ਉਹ ਕਰਮ ਰੋਗ ਨੂੰ ਕੱਟਣ ਵਾਲੇ ਕੇਵਲ ਸਤਿਗੁਰੂ ਸਾਹਿਬ ਹੀ ਹੈ। ਕਰਮ ਨੂੰ ਕੋਈ ਕੱਟ ਨਹੀਂ ਸਕਦਾ ਗੁਰੂ ਸਾਹਿਬ ਤੋਂ ਬਿਨਾਂ। ਐਵੇਂ ਨਹੀਂ ਮਹਾਰਾਜ ਜੀ ਨੇ ਆਖਿਆ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸਾਧ ਸੰਗਤ ਜੀ ਇਸੇ ਕਰਕੇ ਜ਼ਿੰਦਗੀ ਵਿੱਚ ਗੁਰੂ ਦਾ ਹੋਣਾ ਬੜਾ ਲਾਜ਼ਮੀ ਹੈ, ਬਹੁਤ ਵੱਡੀ ਮਹੱਤਤਾ ਹੈ।
ਵਾਹਿਗੁਰੂ ਪਰਮੇਸ਼ਰ ਆਪ ਗੁਰੂ ਰੂਪ ਹੋ ਕੇ ਸਾਧ ਸੰਗਤ ਜੀ ਉਪਦੇਸ਼ ਦਿੱਤਾ ਮਹਾਰਾਜ ਨੇ ਦਸਾਂ ਜਾਮਿਆਂ ਦੇ ਵਿੱਚ, ਜੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੋ ਕੇ ਸਾਨੂੰ ਉਪਦੇਸ਼ ਬਖਸ਼ ਰਹੇ ਹੈ। ਸਾਧ ਸੰਗਤ ਜੀ ਇਹ ਕਹਿਣ ਲੱਗਿਆ ਮਹਾਰਾਜ ਮੈਂ ਨਦੀਆਂ ਗੰਗਾ ਦੇ ਕਿਨਾਰਿਆਂ 'ਤੇ ਵੀ ਗਿਆ, ਤੀਰਥਾਂ 'ਤੇ ਵੀ ਗਿਆ, ਸਭ ਧਰਤੀ ਭ੍ਰਮਿਓ, ਸਭ ਧਰਤੀਆਂ 'ਤੇ ਭਟਕਦਾ ਫਿਰਦਾ ਰਿਹਾ, ਪਰ ਮਹਾਰਾਜ ਦੁਬਦਾ ਛੁੱਟ ਕੇ ਨਾਹੀਂ, ਦੁਚਿੱਤਾਪਣ ਨਹੀਂ ਗਿਆ, ਦੁਬਦਾ ਤੇ ਗਈ ਨਹੀਂ। ਤੇ ਮੇਰੇ ਮਨ ਨੂੰ ਜਿਹੜੀ ਦੁਬਦਾ ਲੱਗੀ ਸੀ ਉਹ ਦੁਬਦਾ ਨੇ ਛੱਡਿਆ ਨਹੀਂ ਹੈ, ਮਨ ਨੂੰ ਮੇਰੀ ਬੁੱਧੀ ਨੂੰ ਨਹੀਂ ਡਬਲ ਮਾਈਂਡਡ ਨੇ ਛੱਡਿਆ। ਸਾਧ ਸੰਗਤ ਜੀ ਇਸੇ ਕਰਕੇ ਮਹਾਰਾਜ ਨੂੰ ਦੱਸਿਆ ਕਿ ਮਹਾਰਾਜ ਮੈਂ ਬਹੁਤ ਕਰਮ ਕੀਤੇ ਹੈ। ਸਾਧ ਸੰਗਤ ਜੀ ਕਈ ਨਾ ਜਿਹੜੇ ਕਥਾਵਾਚਕ ਉਹ ਇਹ ਜਿਹੜਾ ਬਚਨ ਆਉਂਦਾ ਪਾਠ ਪੜ੍ਹੇ ਵਾਰ ਵੇਦ ਵਿਚਾਰਿਓ, ਉਹ ਕਹਿੰਦੇ ਕਿ ਗੁਰੂ ਅਰਜਨ ਸਾਹਿਬ ਜੀ ਨੇ ਆਪ ਮਹਾਰਾਜ ਨੇ ਬਚਨ ਕੀਤੇ, ਗੁਰੂ ਰਾਮਦਾਸ ਜੀ ਨੂੰ ਨਹੀਂ ਭਾਈ, ਇਹ ਸਤਿਗੁਰੂ ਸਾਹਿਬ ਦੇ ਬਚਨ ਨਹੀਂ ਹੈ, ਇਹ ਸਿੱਖ ਦੇ ਮੁਖੋਂ ਦੁਆਰਾ ਬਚਨ ਜਿਹੜੇ ਕੀਤੇ ਨੇ ਗੁਰੂ ਸਾਹਿਬ ਨੇ ਫਿਰ ਆਪਣੇ ਮੁਖ ਤੋਂ ਦੁਹਰਾਏ, ਫਿਰ ਬਾਣੀ ਵਿੱਚ ਦਰਜ ਕੀਤੇ। ਸਾਧ ਸੰਗਤ ਜੀ ਗੁਰੂ ਸਾਹਿਬ ਤਾਂ ਸੱਚੇ ਪਾਤਸ਼ਾਹ ਤਾਂ ਭੱਟਾਂ ਨੇ ਆਖਿਆ ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਿ ਗੁਰੂ ਅਰਜਨ ਸਾਹਿਬ ਤੇ ਆਪ ਹਰੀ ਹੈ, ਵਾਹਿਗੁਰੂ ਹੈ, ਤੇ ਗੁਰੂ ਸਾਹਿਬ ਨੂੰ ਕੀ ਲੋੜ ਹੈ ਕੁਝ ਕਰਮ ਕਰਨ ਦੀ। ਸਾਧ ਸੰਗਤ ਜੀ ਇਹ ਤੇ ਸਿੱਖ ਨੇ ਕਰਮ ਕੀਤੇ ਸੀ, ਇਹ ਯੋਗ ਸਾਧਨ ਪਾੜ ਪੜ੍ਹੇ ਵੇਦ ਵਿਚਾਰੇ ਨਿਉਲੀ ਕਰਮ ਕੀਤੇ, ਮੋਨੀ ਰਿਹਾ ਤੀਰਥਾਂ 'ਤੇ ਭਟਕਿਆ, ਨੰਗਿਆ ਫਿਰਦਾ ਰਿਹਾ ਜੰਗਲਾਂ 'ਚ, ਇਹ ਸਿੱਖ ਨੇ ਕੀਤੇ। ਤੇ ਜਦੋਂ ਮਹਾਰਾਜ ਨੇ ਸਿੱਖ ਨੂੰ ਪੁੱਛਿਆ ਤੂੰ ਕਿਹੜੇ ਕਿਹੜੇ ਕੀਤੇ ਕਰਮ, ਤੇ ਸਿੱਖ ਨੇ ਦੱਸੇ ਫਿਰ ਮਹਾਰਾਜ ਆਹ ਕਰਮ ਕੀਤੇ ਹੈ। ਤੇ ਸਤਿਗੁਰੂ ਸਾਹਿਬ ਜੀ ਨੇ ਆਪਣੇ ਮੁਖ ਦੁਆਰਾ ਫਿਰ ਬਚਨ ਦੁਹਰਾਏ, ਫਿਰ ਗੁਰਬਾਣੀ ਵਿੱਚ ਦਰਜ ਕੀਤੇ। ਸਾਧ ਸੰਗਤ ਜੀ ਇਸ ਕਰਕੇ ਇੱਥੇ ਭੁਲੇਖਾ ਨਹੀਂ ਖਾਣਾ। ਮਹਾਰਾਜ ਨੂੰ ਕਹਿਣ ਲੱਗਿਆ ਸੱਚੇ ਪਾਤਸ਼ਾਹ ਕਿ ਦੁਬਦਾ ਛੁੱਟ ਕੇ ਨਾਹੀਂ, ਜਿਹੜਾ ਦੁਚਿੱਤਾਪਣ ਸੀ ਦੁਬਦਾ ਸੀ ਉਹ ਮਹਾਰਾਜ ਛੁੱਟੀ ਨਹੀਂ ਹੈ, ਮੁੱਕਦੀ ਹੋਈ ਨਹੀਂ ਹੈ, ਮਹਾਰਾਜ ਉਹ 'ਤੇ ਬਣੀ ਹੋਈ ਰਹੀ ਮੇਰੇ ਮਨ ਅੰਦਰ, ਤੀਰਥਾਂ 'ਤੇ ਵੀ ਜਾ ਕੇ ਭਟਕਦੇ ਰਹੇ। ਸਾਧ ਸੰਗਤ ਜੀ ਕਬੀਰ ਜੀ ਨੇ ਬੜੇ ਸੁੰਦਰ ਬਚਨ ਕੀਤੇ ਮਹਾਰਾਜ ਜੀ ਨੇ। ਮਹਾਰਾਜ ਕਹਿਣ ਲੱਗੇ ਭਾਈ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬਹਿ ਕੁੰਠ ਨਾ ਜਾਣਾ, ਲੋਕ ਪਤੀਣੈ ਕਛੂ ਨਾ ਹੋਈਐ ਨਾਹੀ ਰਾਮ ਇਆਨਾ, ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ। ਸੱਚਾ ਨਹਾਉਣ ਤੇ ਭਗਤੀ ਰੂਪੀ ਗੁਰੂ ਦੀ ਸੇਵਾ ਕਰਨੀ ਹੈ, ਇਹੀ ਸੱਚੀ ਸੇਵਾ ਹੈ। ਮਹਾਰਾਜ ਜੀ ਕਹਿਣ ਲੱਗੇ ਭਾਈ ਕੋਈ ਭਾਵੇਂ ਤੀਰਥਾਂ 'ਤੇ ਤੁਰਿਆ ਰਹੇ, ਜਿੱਥੇ ਮਰਜੀ ਤੀਰਥਾਂ 'ਤੇ ਜਾ ਕੇ ਇਸ਼ਨਾਨ ਪਾਣ ਕਰੇ, ਪਰ ਸਾਧ ਸੰਗਤ ਜੀ ਅੰਦਰੋਂ ਜਿਹੜੀ ਦੁਚਿੱਤਾਪਣ ਹੈ ਨਾ, ਦੁਬਦਾ ਕਰਕੇ ਮੈਲ ਲੱਗ ਗਈ ਹੈ ਮਨ ਨੂੰ, ਉਹ ਭਾਈ ਲੱਥਦੀ ਨਹੀਂ ਹੈ। ਉਹਦੇ ਮਹਾਰਾਜ ਦੇ ਨਾਮ ਕਰਕੇ ਬਾਣੀ ਕਰਕੇ ਲੱਥਦੀ ਹੈ ਪ੍ਰੇਮ ਦੇ ਸਹਿਤ, ਤੇ ਪ੍ਰੇਮ ਦੇ ਜਲ ਨਾਲ ਹੀ ਸਾਧ ਸੰਗਤ ਜੀ ਮਨ ਨੂੰ ਲੱਗੀ ਹੋਈ ਮੈਲ ਲੱਥਦੀ ਹੈ। ਇਉਂ ਸਾਧ ਸੰਗਤ ਜੀ ਉਹ ਸਿੱਖ ਕਹਿਣ ਲੱਗਿਆ ਮਹਾਰਾਜ ਮੈਂ ਬੜੇ ਕਰਮ ਕੀਤੇ ਕਿ ਤੀਰਥਾਂ 'ਤੇ ਵੀ ਫਿਰਦਾ ਰਿਹਾ। ਛੁੱਟ ਕੇ ਨਾਹੀਂ, ਮਹਾਰਾਜ ਡਾਵਾਂ ਡੋਲ ਵਾਲੀ ਦਸ਼ਾ ਜਿਹੜੀ ਹੈ ਇਹ ਛੁੱਟਦੀ ਨਹੀਂ ਹੈ, ਦੁਚਿੱਤਾਪਣ ਮੁੱਕਦਾ ਹੀ ਨਹੀਂ ਹੈ। ਮਨ ਕਾਮਨਾ ਤੀਰਥ ਜਾਏ ਬਸਿਓ, ਮਨ ਕਾਮਨਾ ਜੋ ਮਨ ਦੀ ਕਾਮਨਾ ਨੂੰ ਪੂਰੀ ਕਰਨ ਵਾਲੀ ਮਣੀਕਰਨ ਆਦਿਕ ਜਿਹੜੇ ਤੀਰਥ ਇਸ਼ਨਾਨ ਨੇ, ਹੇ ਸੱਚੇ ਪਾਤਸ਼ਾਹ ਜੀ ਮੈਂ ਉਵੇਂ ਹੀ ਕਰਨੇ ਕੀਤੇ ਆ। ਤੀਰਥ ਜਾਏ ਬਸਿਓ, ਚਿੱਤ ਵਿੱਚ ਕਾਮਨਾ ਇੱਛਾ ਰੱਖ ਕੇ ਵੀ ਮੈਂ ਤੀਰਥਾਂ 'ਤੇ ਜਾ ਕੇ ਵਸਿਆ। ਸਿਰ ਕਰ ਵੱਤ ਧਰਾਏ, ਸਿਰ ਕਰ ਵੱਤ ਧਰਾਏ ਮਹਾਰਾਜ, ਤੇ ਸਿਰ ਉੱਤੇ ਕਾਂਸੀ ਵਿੱਚ ਜਾ ਕੇ ਆਰਾ ਵੀ ਧਰਾ ਲਿਆ। ਸਾਧ ਸੰਗਤ ਜੀ ਕਾਂਸੀ ਵਿੱਚ ਆਰਾ ਹੈ, ਤੇ ਜਿਸ ਆਰੇ ਬਾਰੇ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੇ ਮਹਿਲ ਸੀ, ਜਿਹੜੇ ਮਾਤਾ ਲੋਈ ਜੀ ਉਹਨਾਂ ਨੇ ਵੀ ਬਚਨ ਕੀਤੇ ਸੀ। ਸਾਧ ਸੰਗਤ ਜੀ ਜਿਸ ਵੇਲੇ ਕਬੀਰ ਜੀ ਕਿਸੇ ਕਾਰਨ ਗੁੱਸੇ ਹੋ ਗਏ ਸੀ, ਸਾਧ ਸੰਗਤ ਜੀ ਉਸ ਵੇਲੇ ਮਾਤਾ ਲੋਈ ਜੀ ਨੇ ਬਚਨ ਕੀਤਾ ਸੀ ਕਿ ਸਵਾਮੀ ਜੀ ਮੈਨੂੰ ਕਾਂਸੀ ਦਾ ਆਰਾ ਤੇ ਪ੍ਰਵਾਨ ਹੈ, ਪਰ ਜਿਹੜੀ ਤੁਹਾਡੀ ਬੇਰੁਖੀ ਹੈ ਨਾ ਤੇ ਮਹਾਰਾਜ ਜੀ ਉਹ ਮੈਨੂੰ ਪ੍ਰਵਾਨ ਨਹੀਂ ਹੈ। ਸਾਧ ਸੰਗਤ ਜੀ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਨਾ ਕਰਵਟ ਭਲਾ ਮੋਹ ਕੋ ਕਾਹੇ ਕੋ ਮਾਰੇ। ਮਹਾਰਾਜ ਇਹ ਜੋ ਤੁਸੀਂ ਗੁੱਸੇ ਹੋ ਗਏ ਹੋ ਨਾ, ਕ੍ਰੋਧਵਾਨ ਹੋ ਗਏ ਹੋ ਮੇਰੇ ਤੇ, ਇਹ ਮੈਨੂੰ ਪ੍ਰਵਾਨ ਨਹੀਂ ਹੈ। ਮਹਾਰਾਜ ਜੀ ਮੈਨੂੰ ਇਹ ਕਾਂਸੀ ਦਾ ਆਰਾ ਚੰਗਾ ਲੱਗਦਾ। ਤੇ ਸਿੱਖ ਵੀ ਕਹਿੰਦਾ ਮਹਾਰਾਜ ਇਹ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਮੈਂ ਕਾਂਸੀ ਵਿੱਚ ਜਾ ਕੇ ਸਿਰ 'ਤੇ ਆਰਾ ਵੀ ਧਰਾ ਲਿਆ,
कि मैं कट्टिया जावां, फिर भी वाहिगुरू की प्राप्ति नहीं होई। मन की मैल ना उतरे ए बैद। महाराज नूं कहंदा सच्चे पातशाह जी, जेड़ी मन की मैल है ना वो नहीं उतरी, मैं बहुत विधियां करके वेख ले। साध संगत जी बड़े तरीके कहंदा महाराज जी मैं कर ले है, फिर भी जिहड़ी मन की मैल उतरी नहीं है। साध संगत जी अपने मन अंदर झाती मार के वेखीए कि असी भी मन की मैल नूं लाउण दा यतन कीता है। निंदिया चुगली ईरखा बखीली करके असी ते साध संगत जी होर मैल चढ़ाउणे अपने मन ते। पिछले जन्मां की लगी हुई मैल तां की लाउणी सी, इस जन्म विच आके भी अपने मन की मैल चढ़ाउंदे रहे साध संगत जी। इसे करके फिर वेखो जदों कई बारी कथा सुनते हैं कीर्तन सुनते हैं उदों तो मन कहता मना हुण ते बस महाराज दा सच्चे पातशाह दा लड़ फड़ लेना, साथी बन जाना गुरु साहब जी दा। तो जदों बाहर चले गए गेटों बाहर भाव सत संगत विचों उठ के चले गए, मन ते लगी हुई मैल इन्नी है कि वह फिर प्रभाव पा दिंदी है साडे मन ते। हौमे एडा वड्डा साध संगत जी रोग लग्या साडे मन ते को फिर मन हंकारी हो जाता है। इसे करके सतगुरु जी ने एक ही वचन किया गुरु ग्रंथ साहिब दे विच मन दे परथाए कि जे तू मन नूं ये हमेशा वास्ते वस करना है ना, तो सतगुरु जी कहते मन खुटहर तेरा नहीं विसास तू महा उदमादा, खर का पैखर तो छुटै जो ऊपर लादा। साध संगत जी मन खोते दी न्याई है, गधे दी न्याई है। तो आप जी सियाणे हो कि वेखो जो गधा किले बन्निया हुंदा ना उहदी लत्त बन दिंदे आ रस्से दे नाल कि दुलत्ता ना मारे, तो जदों उहदे ते भार पाया जांदा है फिर उहदी साध संगत जी लत्त खोल दित्ती जांदी है रस्से नालों। गुरु साहब कहंदे मन भी खोते दी न्याई है, इहनूं उपदेश रूपी रस्सी नाल बन लेना कर, मारे दे बचना रूपी रस्सी नाल बन, फिर दुलत्ता नहीं मारेगा भजेगा नहीं फिर मन। साध संगत जी इसे करके जेड़े जेड़े भी तुसी बचन मारे दे सुनदे हो कथा द्वारा वो बचनां नूं अमल करना साध संगत जी मन नूं वस करन दा एक यतन है, उद्यम है। तो महाराज जी नूं कहण लग्या सतगुरु जी मन दी मैल नहीं उतरी, मैं बहुत यतन करके वेख ले। जे लाख यतन कराए। महाराज नूं कहण लग्या सच्चे पातशाह जी उपा करके वेखे है चित्त दी मैल विद्या दी मैल कदी नहीं उतरी। ये मैं जानिया कोई जिड्डे वड्डे मर्जी कोई साधन कर ले लखां ही तां भी मन की मैल नहीं उतरदी। साध संगत जी कई कह देंगे है जी गुरु घर मन साफ करके जाना चाहिए, जे मन साध संगत जी पहले ही साफ है तो जान की लोड़ ही की है गुरु घर। गुरु घर जाते तां है कि मन पवित्र हो जाए, अविद्या की मैल लह जाए। साध संगत जी अज्ञानता रूपी जिहड़ी मैल लगी है वो लथ जाए नाम रूपी पानी दे नाल, प्रेम रूपी जल दे नाल, साध उपदेश रूपी साबण दे नाल धोता जाए मन, फिर किते जाके साध संगत जी मन शुद्ध होना है। वो सिख कहण लग्या सच्चे पातशाह कोई भावें लखा यतन कर ले तां भी मन की मैल नहीं उतरी, ये मैं करके वेखिया। महाराज नूं कहण लग्या हे सच्चे पातशाह अंतरजामी सतगुरु जी, हे दयालु कृपालु भगवान जी प्रभु जी, फिर कनक नाम साध संगत जी सोने दा है, कामणी नाम इस्त्री दा है, हैवर नाम घोड़े दा है, गैवर नाम उत्तम हाथी दा है। महाराज कोई सोना दान करे, चांदी दान करे, घोड़े दान करे, कोई हाथी भी दान करे, सच्चे पातशाह अपनी इस्त्री भी कोई दान कर दे। दातारा बन के दाता बन के महाराज कहते कोई दान करे। एक बचन आउंदा भगत नामदेव महाराज दा, सतगुरु जी कहते अस दान गज दान सेजा नारी भूम दान, ऐसो दान नित नित है कीजै। एडा वड्डा कोई अमीर होवे कि भाई रोज दान करे। अस दान, अस नाम घोड़े दा, गज दान गज नाम हाथी दा, सेजा नारी भूम दान, इस्त्री भी दान कर दे। महाराज कहते भाई किसी की सेवा करन वाली दासी बना दे। भूम दान एडा वड्डा महाराज कहते दानी होवे कि भूम दान
ਆਪਣੀ ਜ਼ਮੀਨ ਵੀ ਦਾਨ ਕਰਦੇ। ਮਹਾਰਾਜ ਕਹਿੰਦੇ ਸਾਧ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਐਸੋ ਦਾਨ ਨਿਤ ਨਿਤ ਹੈ ਕੀਜੈ, ਇਹੋ ਜਿਹਾ ਦਾਨ ਨਿਤ ਕਰੇ ਕੋਈ ਭਾਈ। ਤੇ ਮਹਾਰਾਜ ਕਹਿੰਦੇ ਨਾ ਆਪਣੇ ਬਰਾਬਰ ਸੋਨਾ ਵੀ ਦਾਨ ਕਰੇ, ਆਪ ਬਰਾਬਰ ਕੰਚਨ ਦੀਜੈ। ਤੇ ਸਾਧ ਸੰਗਤ ਜੀ, ਵਾਹਿਗੁਰੂ ਦੇ ਨਾਮ ਤੱਕ ਕੋਈ ਵੀ ਪਹੁੰਚ ਨਹੀਂ ਸਕਦਾ ਕਰਮ। ਇਉਂ ਸਾਧ ਸੰਗਤ ਜੀ ਮਹਾਰਾਜ ਜੀ ਨੇ ਦੱਸਿਆ ਹੈ। ਉਹ ਸਿੱਖ ਕਹਿਣ ਲੱਗਿਆ ਸੱਚੇ ਪਾਤਸ਼ਾਹ, ਕਨਕ ਕਾਮਣੀ ਹੈ ਵਰ ਗੈਵਰ, ਕਿ ਸੋਨਾ ਵੀ ਕੋਈ ਦਾਨ ਕਰੇ ਦਾਤਾ ਬਣ ਕੇ, ਗੈਵਰ ਹਾਥੀ ਦਾਨ ਕਰੇ, ਤੇ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਵੀ ਦਾਨ ਕਰੇ ਦਾਤਾ ਬਣ ਕੇ। ਅੰਨ ਵਸਤਰ ਭੂਮ ਬਹੁ ਅਰਪੇ, ਹਾਂ ਫਿਰ ਅੰਨ ਅਨਾਜ ਦਾ ਦਾਨ ਕਰੇ, ਵਸਤਰ ਚੰਗੇ ਚੰਗੇ ਵਸਤਰ ਭੇਟ ਕਰ ਦੇਵੇ, ਕੋਈ ਦਾਨੀ ਹੋ ਜਾਏ ਤਾਂ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਉਂ? ਕਿਉਂਕਿ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਮਨ ਅੰਦਰ ਤੇ ਹੰਕਾਰ ਆ ਜਾਣਾ ਕਿ ਮੈਂ ਦਾਨੀ ਆ, ਮੈਂ ਪੁੰਨੀ ਆ, ਮੈਂ ਇਹ ਸੋਨਾ ਦਾਨ ਕੀਤਾ ਏ, ਮੈਂ ਚਾਂਦੀ ਦਾਨ ਕੀਤਾ ਏ, ਹੰਕਾਰ ਆ ਜਾਣਾ ਏ। ਤੋ ਜਦੋਂ ਹੰਕਾਰ ਆ ਗਿਆ ਦੱਸੋ ਫਿਰ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ? ਕਿਉਂਕਿ ਮਹਾਰਾਜ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ। ਨਾਮ ਤੇ ਹਉਮੈ ਨਾਲ ਤੇ ਪਹਿਲਾਂ ਹੀ ਵਿਰੋਧ ਹੈ। ਜਿੱਥੇ ਹਉਮੈ ਆ ਗਈ ਨਾਮ ਤੇ ਟਿਕਣਾ ਹੀ ਨਹੀਂ ਹੈ। ਇੱਦਾਂ ਪ੍ਰਾਪਤੀਆਂ ਨਹੀਂ ਹੁੰਦੀਆਂ ਵਾਹਿਗੁਰੂ ਜੀ ਦੀਆਂ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਐਵੇਂ ਨਹੀਂ ਬਚਨ ਕੀਤੇ ਕਿ ਨਾ ਤੂੰ ਆਵੇ ਬਸ ਬਹੁਤਾ ਦਾਨ ਦੇ, ਬਹੁਤਾ ਦਾਨ ਦੇ ਕੇ ਵੀ ਹਰੀ ਵਸ ਨਹੀਂ ਆਉਂਦਾ, ਹੰਕਾਰ ਹੀ ਆਉਂਦਾ ਮਨ 'ਚ ਕਿ ਮੈਂ ਦਾਨੀ ਹਾਂ। ਤੋ ਸਾਧ ਸੰਗਤ ਜੀ, ਉਹ ਸਿੱਖ ਕਹਿਣ ਲੱਗਿਆ ਸਤਿਗੁਰੂ ਜੀ, ਅੰਨ ਵੀ ਭੇਟ ਕੀਤਾ ਮੈਂ, ਦਾਨ ਕੀਤਾ, ਵਸਤਰ ਭੂਮ, ਔਰ ਸਾਧ ਸੰਗਤ ਜੀ ਭੂਮ ਨਾਮ ਜ਼ਮੀਨ ਦਾ ਹੈ, ਬਹੁਤ ਅਰਪੇ, ਬਹੁਤ ਅਰਪਿਆ ਦਾਨ ਦੇਣਾ ਕੀਤਾ। ਆ ਦੱਸਦੇ ਨੇ ਅੱਗੇ, ਨਹਿ ਮਿਲਿਐ ਹਰਿ ਦੁਆਰਾ, ਨਹਿ ਮਿਲੀਐ ਹਰਿ ਦੁਆਰਾ, ਤਾਂ ਵੀ ਹਰੀ ਦਾ ਦੁਆਰਾ ਨਹੀਂ ਮਿਲਿਆ, ਤਾਂ ਵੀ ਹਰੀ ਦੀ ਪ੍ਰਾਪਤੀ ਨਹੀਂ ਹੋਈ। ਸਾਧ ਸੰਗਤ ਜੀ, ਐਵੇਂ ਦੁਨੀਆ ਪੁੰਨਾ ਦਾਨਾਂ ਵਿੱਚ ਤੇ ਪਈ ਹੈ, ਪਰ ਇਹ ਨਹੀਂ ਜਾਣਿਆ ਕਿ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਹੈ ਮਹਾਰਾਜ ਦੇ ਗੁਣ ਗਾਉਣੇ, ਸਤਿਗੁਰੂ ਜੀ ਦੇ ਗੁਣ ਸੁਣਨੇ ਕਥਾ ਦੁਆਰਾ, ਕੀਰਤਨ ਦੁਆਰਾ, ਇਹੀ ਸਾਰਿਆਂ ਤੋਂ ਵੱਡਾ ਪੁੰਨ ਹੈ। ਇਹਦੇ ਕਰਕੇ ਹੰਕਾਰ ਨਹੀਂ ਆਏਗਾ। ਜੇ ਕੋਈ ਇਹ ਪੁੰਨ ਕਰੇ ਨਾ ਭਜਨ ਸਿਮਰਨ ਕਰਨ ਦਾ, ਫਿਰ ਉਹ ਦਾਨ ਕਰੇ ਦੂਜਾ ਤੀਜਾ ਸੋਨਾ ਦਾਨ ਕਰੇ, ਫਿਰ ਉਹ ਹੰਕਾਰੀ ਨਹੀਂ ਹੋਵੇਗਾ। ਜੇ ਉਹ ਪਹਿਲਾ ਸੋਨਾ ਦਾਨ ਕਰੇਗਾ ਹੰਕਾਰੀ ਹੋ ਜਾਏਗਾ ਕਿ ਮੈਂ ਦਾਨੀ ਹਾਂ। ਕਿਉਂਕਿ ਨਾਮ ਹੈ ਨਾ ਜਿਹੜਾ ਗੁਣ ਹੈ ਵਾਹਿਗੁਰੂ ਦਾ, ਗੁਣ ਗਾਉਣ ਦਾ ਲਾਭ ਇਹ ਹੈ ਕਿ ਮਨੁੱਖ ਸਾਧ ਸੰਗਤ ਜੀ ਕਿਸੇ ਵੀ ਚੀਜ਼ ਦਾ ਮਾਣ ਨਹੀਂ ਕਰਦਾ। ਰੂਪਵੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਾਟ ਸੋ ਹੈ, ਤਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕੁਛ ਤਿਸ ਕਾ ਦੀਆ ਦਰਬ ਹੈ। ਸਾਧ ਸੰਗਤ ਜੀ, ਸਭ ਕੁਝ ਤੇ ਵਾਹਿਗੁਰੂ ਦਾ ਦਿੱਤਾ ਹੈ। ਨਾਮ ਕਰਕੇ ਜਿਹਨੂੰ ਗਿਆਨ ਆ ਗਿਆ ਦੱਸੋ ਫਿਰ ਹੰਕਾਰੀ ਹੋ ਸਕਦਾ ਹੈ? ਫਿਰ ਜੋ ਮਰਜ਼ੀ ਦਾਨ ਕਰੀ ਜਾਏ। ਸਾਧ ਸੰਗਤ ਜੀ, ਤੋ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਭਾਈ ਦਇਆ ਸਿੰਘ ਨੇ ਆਖਿਆ, ਮਹਾਰਾਜ ਆਪ ਸਰਬੰਸ ਦਾਨੀ ਹੋ, ਆਪ ਜੀ ਨੇ ਸਭ ਕੁਝ ਵਾਰਿਆ, ਤੇ ਕੀ ਆਖਿਆ? ਨਹੀਂ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੂੰ ਸੁਖ ਹੋਏ। ਇਹ ਬਚਨ ਕੀਤਾ ਕਿ ਮੈਂ ਦਾਨੀ ਨਹੀਂ ਆ। ਸਾਧ ਸੰਗਤ ਜੀ, ਇਹ ਤੇ ਵਾਹਿਗੁਰੂ ਦੀ ਮਾਣ ਸੀ, ਉਹਨੂੰ ਹੀ ਦੇਤੀ ਮੈਂ। ਸਾਧ ਸੰਗਤ ਜੀ, ਇਹ ਹੈ ਨਾਮ ਜਪਣ ਦਾ ਲਾਭ। ਇਸੇ ਕਰਕੇ ਪਹਿਲਾਂ ਦਾਨ ਨਹੀਂ ਕਰਨਾ, ਪਹਿਲਾਂ ਨਾਮ ਜਪੀਏ, ਗਿਆਨ ਲਈਏ, ਫਿਰ ਦਾਨ ਕਰੀਏ, ਫਿਰ ਮਨ ਹੰਕਾਰੀ ਨਹੀਂ ਹੋਵੇਗਾ। ਫਿਰ ਮਨ ਸਾਧ ਸੰਗਤ ਜੀ ਐਵੇਂ ਮਾਣ ਨਹੀਂ ਚੱਕੀ ਫਿਰੇਗਾ, ਮੇਰ ਤੇਰ ਨਹੀਂ ਕਰੇਗਾ। ਸਾਧ ਸੰਗਤ ਜੀ, ਇਸ ਕਰਕੇ ਗੁਰੂ ਜੀ ਨੇ ਬੜੇ ਬੜਮੁੱਲੇ ਬਚਨ ਆਖੇ ਆ, ਰੋਜ਼ ਪੜ੍ਹਦੇ ਆ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਇਉਂ ਸਾਧ ਸੰਗਤ ਜੀ, ਉਹ ਸਿੱਖ ਕਹਿਣ ਲੱਗਿਆ, ਮਹਾਰਾਜ ਮੈਂ ਭੂਮ ਵੀ ਅਰਪ ਦਿੱਤੀ, ਜ਼ਮੀਨ ਵੀ ਦੇਤੀ, ਅੰਨਦਾਨ ਵੀ ਦੇਤਾ, ਮਹਾਰਾਜ ਫਿਰ ਵੀ ਹਰੀ ਦਾ ਦੁਆਰਾ ਨਹੀਂ ਪ੍ਰਾਪਤ ਹੋਇਆ, ਸਗੋਂ ਹੰਕਾਰ ਹੀ ਵਧਿਆ। ਇਨ੍ਹਾਂ ਕਰਮਾਂ ਕਰਕੇ ਗਿਆਨ ਦੁਆਰਾ ਅਕਾਲ ਪੁਰਖ ਨਹੀਂ ਮਿਲਣਾ ਕੀਤਾ। ਪੂਜਾ ਅਰਜਾ ਬੰਦਨ ਡੰਡੌਤ, ਇਹ ਸੱਚੇ ਪਾਤਸ਼ਾਹ ਜੀ, ਪੂਜਾ ਮੈਂ ਮੂਰਤੀਆਂ ਦੀ ਪੂਜਾ ਵੀ ਕੀਤੀ ਹੈ, ਦੇਵੀ ਦੇਵਤਿਆਂ ਨੂੰ ਵੀ ਬੜਾ ਧਿਆਇਆ ਹੈ। ਅਰਜਾ ਚੰਦਨ ਛੜਕ ਕੇ ਸਾਧ ਸੰਗਤ ਜੀ ਇਹ ਹਿੰਦੂ ਵੀਰ ਕਰਦੇ ਹੈ, ਜਿਹੜੀ ਦੇਵੀ ਦੇਵਤਿਆਂ ਦੀ ਪੂਜਾ ਕਰਨੀ। ਕਹਿੰਦਾ ਮਹਾਰਾਜ ਮੈਂ ਇਹ ਵੀ ਕਰਕੇ ਵੇਖ ਲਏ। ਬੰਧਨ ਡੰਡੌਤ,
ਬੰਧਨ ਵੀ ਬੜੀ ਕੀਤੀ ਦੇਵੀ ਦੇਵਤਿਆਂ, ਡੰਡੌਤ ਵੀ ਕੀਤੀ, ਡੰਡੇ ਵੱਤ ਲੰਮੇ ਪੈ ਕੇ ਵੀ ਅਰਚਨਾ ਕੀਤੀ, ਬੇਨਤੀ ਕੀਤੀ, ਮਹਾਰਾਜ ਮੈਨੂੰ ਦਰਸ਼ਨ ਦੇ ਦਿਓ। ਹੇ ਦੇਵੀ ਤੂੰ ਪ੍ਰਗਟ ਹੋ ਕੇ ਮੈਨੂੰ ਵਰ ਦੇ ਕਿ ਮੈਨੂੰ ਹਰੀ ਦੀ ਪ੍ਰਾਪਤੀ ਹੋ ਜਾਏ। ਤੇ ਮਹਾਰਾਜ ਜੀ ਤਾਂ ਵੀ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੋਈ। ਖਾਟ ਕਰਮਾ ਰਤ ਰਹਿਤਾ। ਖੱਟ ਕਰਮ ਜਿਹੜੇ ਸਾਧ ਸੰਗਤ ਦੀ ਹਿੰਦੂ ਮਤ ਵਿੱਚ 6 ਕਰਮ ਨੇ ਤੇ ਸਿੱਖ ਪੰਥ ਦੇ ਵਿੱਚ ਇੱਕ ਹੀ ਕਰਮ ਹੈ, ਗੁਰਮੁਖ ਨਾਮ ਦਾਨ ਇਸ਼ਨਾਨ, ਵਾਹਿਗੁਰੂ ਦੇ ਨਾਮ ਨੂੰ ਧਿਆਉਣਾ। ਹਿੰਦੂ ਮਤ ਵਾਲੇ ਸਾਧ ਸੰਗਤ ਜੀ ਸਾਡਾ ਤੇ ਉਹਨਾਂ ਦਾ ਵਖਰੇਵਾਂ ਇਹੀ ਹੈ ਕੇਵਲ। ਦੇਖੋ ਸਿੱਖ ਪੰਥ ਨੂੰ ਆਪਾਂ ਵਿਲੱਖਣਤਾ ਮੰਨਦੇ, ਇੱਕ ਉੱਚਾ ਵੱਖਰੀ ਕੌਮ ਮੰਨਦੇ ਹਾਂ। ਕਿਉਂਕਿ ਅਸੀਂ ਵਾਹਿਗੁਰੂ ਦੇ ਪੁਜਾਰੀ ਹਾਂ, ਹੋਰ ਕਰਮ ਨਹੀਂ ਕਰਦੇ। ਕਿਉਂਕਿ ਗੁਰੂਦੇਵ ਜੀ ਦਾ ਬਚਨ ਹੈ ਕਿ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾ ਗਾਤੀ ਲੂਟੈ, ਕਿ ਹੋਰ ਜਿਹੜੇ ਕਰਮ ਹੈ ਉਹ ਕਰਮ ਨੂੰ ਤੇ ਸਾਧ ਸੰਗਤ ਜੀ ਜਮਦੂਤ ਲੁੱਟ ਲੈ ਜਾਂਦੇ ਹੈ। ਉਹ ਕਰਮ ਕਰਕੇ ਤੇ ਹੰਕਾਰ ਹੀ ਵੱਧਦਾ ਹੈ। ਇਸੇ ਕਰਕੇ ਸਿੱਖ ਧਰਮ ਵਿੱਚ ਇੱਕ ਹੀ ਕਰਮ ਮਹਾਰਾਜ ਜੀ ਨੇ ਪ੍ਰਧਾਨ ਮੰਨਿਆ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਪਰਚਾ ਸ਼ਬਦ ਕਾ ਤੇ ਪੂਜਾ ਅਕਾਲ ਕੀ। ਬਸ ਇਹੀ ਕਰਮ ਹੈ ਸਾਡੇ ਵਾਸਤੇ ਸਾਧ ਸੰਗਤ ਜੀ। ਜਿਹਨੇ ਇਹ ਕਰਮ ਕਰ ਲਿਆ ਮੰਨ ਲਓ ਉਹਨੇ ਸਾਰੇ ਹੀ ਕਰਮ ਕਰ ਲਏ ਸਾਧ ਸੰਗਤ ਜੀ। ਇਸੇ ਕਰਕੇ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਖੱਟ ਕਰਮਾ ਰਤ ਰਹਿਤਾ। ਮੈਂ ਖੱਟ ਕਰਮ 6 ਕਰਮ ਕਰਦਿਆ ਰਿਹਾ, ਉਹਦੀ ਪ੍ਰੀਤੀ ਵਿੱਚ ਹੀ ਲੱਗਿਆ ਰਿਹਾ ਕਿ ਮੈਨੂੰ ਹਰੀ ਮਿਲ ਜਾਏਗਾ, ਤਾਂ ਵੀ ਉਹਦੀ ਪ੍ਰਾਪਤੀ ਨਹੀਂ ਹੋਈ। ਸਤਿਗੁਰੂ ਜੀ ਨੇ ਆਖਿਆ ਨਾ, ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਤੇ ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਸਾਧ ਸੰਗਤ ਜੀ ਇੱਕ ਵਾਰ ਜੇ ਕੋਈ ਪ੍ਰੇਮ ਸਹਿਤ ਵਾਹਿਗੁਰੂ ਕਹਿ ਜਾਏ ਤੋ ਕਲਗੀਧਰ ਸਵਾਮੀ ਜੀ ਦਾ ਬਚਨ ਹੈ, ਏਕ ਚਿਤ ਜਹ ਇੱਕ ਛਨ ਧਿਆਇਓ, ਕਾਲ ਫਾਸ ਕੇ बीच ना आयो। साध संग जो कल को एक बार त्या है ताकि काल निकट नहीं आए है। एडा वड्डा फल है वाहिगुरु परमेश्वर निरंकार नूं भजन सिमरन करन दा। साध संगत जी वो सिख कहन लग्या महाराज मैं खट कर्म भी करके वेख ले। हे सच्चे पातशाह जी हों हों भाव हंकार दे सहित होमे करदा मैं करदा, मैं दानी है, मैं पूजा करदा हाँ, मैं करता भुगता हाँ। ये महाराज जी करते भुगते दे बंधन दे विच ही मैं फसिया रहा। अकाल पुरख वाहिगुरु की प्राप्ति वास्ते उन्हों मिलण वास्ते मैनू कोई जुगती प्राप्त नहीं हुई। ये तरीका साध संगत जी मैनू ओ महाराज नूं कहन लग्या महाराज ये भी तरीका मैं कीता पर मैनू अकाल पुरख फिर भी नहीं मिलिया। महाराज नूं कहन लग्या सच्चे पातशाह हे धन गुरु अर्जन देव महाराज स्वामी जी मैं योग सिद्ध आसन 84 तरह के आसन कीते सिद्धां दे कहण अनुसार मैं योग भी किया जिमें साध संगत जी योगी लोग करते हैं। रिद्धियां सिद्धियां वाली प्राप्ति भी मैनू हो गई पर वाहिगुरु की प्राप्ति नहीं हुई। महाराज सब कुछ मैं करके थक गया। ये भी कर करके मैं वेख ले महाराज हुण मैं थक चुका हाँ मैनू कोई कामयाबी प्राप्ति नहीं हुई। महाराज नूं कहन लग्या हे सच्चे पातशाह जी हे अंतरजामी दीन दुनिया दे मालक जी वड्डी आरजा फिर जानवे योग साधना दे द्वारा मैं वड्डी उम्र कर ली है फिर मुड़ मुड़ के जमना पैना ही है मैनू मरांगा देह बमान नहीं छड्डिया। सच्चे पातशाह धन गुरु अर्जन साहिब नूं कहंदा साध संगत जी ध्यान देना इत्थे एक प्रक्रिया है। जिहड़े जोगी लोग है ना वो आसन करके अपनी उम्र वधा लेंदे है जिस बारे गुरबाणी विच कई बार वचन आए है साध संगत जी कि जोगियां ने उम्र वधा ली पर वाहिगुरु की प्राप्ति जिस वेले गुरु नानक देव जी महाराज सुमेर पर्वत ते गए जिथे महाराज जी ने जपजी साहिब उचारे तो सिद्ध गोष्ठनामे बाणी उचारण की महाराज जी ने
तो जदों महाराज जी साध संगत जी समेर पर्बत ते गए, बड़े बड़े जोगी लोग, बहुत उम्रां उन्हां दियां हो चुकियां सी साध संगत जी। ते गुरबाणी विच ਉਹ ਮਾਰਕੰਡਾ ਰਿਖੀ ਦਾ ਵੀ ਨਾਮ ਆਉਂਦਾ, ਮਾਰਕੰਡੇ ਤੇ ਕੋ ਅਧਿਕਾਈ। ਮਾਰਕੰਡਾ ਰਿਖੀ ਹੋਈ ਜਿਹਦੀ ਬਹੁਤ ਵੱਡੀ ਉਮਰ ਸੀ ਸਾਧ ਸੰਗਤ ਜੀ। ਭਗਤ ਨਾਮਦੇਵ ਜੀ ਦਾ ਬਚਨ ਹੈ। ਤੇ ਵੇਖੋ ਐਡੀ ਵੱਡੀ ਉਮਰ ਹੋ ਗਈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੋਗੀਓ ਤੁਸੀਂ ਤੱਤ ਦੇ ਗਿਆਨ ਦੀ ਵਿਚਾਰ ਨਹੀਂ ਕੀਤੀ, ਤੁਸੀਂ ਬ੍ਰਹਮ ਦੀ ਅਕਾਲ ਪੁਰਖ ਦੀ ਵਿਚਾਰ ਨਹੀਂ ਕੀਤੀ, ਉਹਦੀ ਪ੍ਰਾਪਤੀ ਨਹੀਂ ਹਜੇ ਤੱਕ ਤੁਹਾਨੂੰ ਹੋਈ। ਕੀ ਫਾਇਦਾ ਹੋਇਆ ਉਮਰ ਵੱਡੀ ਕਰਨ ਦਾ। ਆਪਾਂ ਭੋਗਾਂ 'ਤੇ ਜਾਂਦੇ ਹਾਂ ਅਤੇ ਕਈ ਸਾਧ ਸੰਗਤ ਜੀ ਬੁਲਾਰੇ ਬੋਲਦੇ ਆ ਜੀ ਇਹਦੀ 80 ਸਾਲ ਦੀ ਉਮਰ, ਇਹਦੀ 100 ਸਾਲ ਦੀ ਉਮਰ। ਤੋਂ ਸਾਧ ਸੰਗਤ ਜੀ ਤੋਂ ਮਹਾਰਾਜ ਦੀ ਕਿਰਪਾ, ਤੁਹਾਡੀ ਕਿਰਪਾ ਸੰਗਤ ਦੀ ਕਿ ਪਿੰਡਾਂ ਸ਼ਹਿਰਾਂ ਵਿੱਚ ਸਾਧ ਸੰਗਤ ਜੀ ਦੀਵਾਨਾਂ 'ਤੇ ਜਾਂ ਸਮਾਗਮਾਂ 'ਚ ਜਾਈਦਾ। ਤੋਂ ਕਈ ਵਾਰ ਮੈਂ ਮਨ ਹੀ ਮਨ ਸੋਚਦਾ ਵੀ 80 ਸਾਲ ਦੀ 100 ਸਾਲ ਦੀ ਉਮਰ ਹੋ ਗਈ ਕਿ ਇਹਦੀ ਬੁੱਧੀ ਵਿੱਚ ਸਤਿਗੁਰੂ ਜੀ ਦਾ ਗਿਆਨ ਆ ਗਿਆ ਸੀ। ਵੱਡੀ ਉਮਰ ਕਰ ਲੈਣੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਸਾਧ ਸੰਗਤ ਜੀ। ਸਿੱਖ ਧਰਮ ਦੇ ਵਿੱਚ ਬਹੁਤੀ ਵੱਡੀ ਉਮਰ ਦੀ ਲਿਹਾਜ਼ ਨਹੀਂ ਹੈ ਸਾਧ ਸੰਗਤ ਜੀ। ਇੱਥੇ ਛੋਟੀ ਉਮਰ ਵਾਲੇ ਭਗਤ ਧਰੂ ਜੀ ਪ੍ਰਵਾਨ ਹੋ ਗਏ 5 ਸਾਲਾਂ ਦੇ। 5 ਅਨਾਥ ਬਾਰਕ ਧਰੂ ਬਾਲਕ। ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ 5 ਅਨਾਥ, 5 ਸਾਲਾਂ ਦਾ ਉਹ ਅਨਾਥ ਬਾਲਕ ਭਗਤ ਧਰੂ। ਸਾਧ ਸੰਗਤ ਜੀ ਵੇਖੋ 5 ਸਾਲਾਂ ਦੀ ਉਮਰ ਵਿੱਚ ਅਕਾਲ ਪੁਰਖ ਦੀ ਪ੍ਰਾਪਤੀ ਹੋ ਗਈ। ਅਤੇ ਇੱਥੇ ਸਾਧ ਸੰਗਤ ਜੀ ਦੁਨੀਆ 'ਤੇ ਵੇਖਦੇ ਹਾਂ ਜੀ ਕੋਈ 80 ਸਾਲ ਦਾ, ਕੋਈ 90 ਸਾਲ ਦਾ, ਕੋਈ 60 ਸਾਲ ਦਾ। ਪਰ ਮਨ ਹੀ ਮਨ ਸੋਚੇ ਕਿ ਮੈਂ ਧਰਮ ਵਾਸਤੇ ਕੀਤਾ ਕੀ ਹੈ ਜਾਂ ਆਪਣੇ ਪੰਥ ਵਾਸਤੇ ਕੀਤਾ ਕੀ ਹੈ। ਪੰਥ ਵਾਸਤੇ ਛੱਡੋ, ਆਪਣੇ ਲਈ ਕੀ ਕੀਤਾ ਹੈ ਪੁੱਛ ਲਈਏ। ਅਸੀਂ ਜੀ ਜ਼ਮੀਨ ਬਣਾ ਲਈ, ਕੋਠੀਆਂ ਕਾਰਾਂ ਬਣਾ ਲਈਆਂ, ਸਭ ਕੁਝ ਕਰ ਲਿਆ ਅਸੀਂ, ਧੀ ਪੁੱਤ ਵਿਆਹ ਤੇ ਹੁਣ ਮੌਜਾਂ ਮਾਣਦੇ ਹਾਂ ਬਾਹਰਲੀਆਂ ਕੰਟਰੀਆਂ ਵਿੱਚ। ਇਹ ਸਭ ਕੁਝ ਕਹਿੰਦੇ ਅਸੀਂ ਕੀਤਾ ਆ। ਪੁੱਛੀਏ ਸਿੱਖਾ ਤੂੰ ਕੀ ਸਤਿਗੁਰਾਂ ਦੀ ਬਾਣੀ ਪੜ੍ਹ ਕੇ ਮਨ ਗੁਰਮਿਲ ਕਾਜ ਸਵਾਰੇ, ਇਹ ਕਾਰਜ ਸਵਾਰਿਆ ਤੂੰ? ਕੀ ਤੂੰ ਸਤਿਗੁਰੂ ਜੀ ਦਾ ਪੂਰਨ ਗਿਆਨ ਲੈਣਾ ਕੀਤਾ ਏ? ਕੀ ਤੇਰੇ ਅੰਦਰ ਭਾਵਨਾ ਪ੍ਰੇਮ ਅੰਦਰ ਪੈਦਾ ਹੋ ਗਿਆ? ਕੀ ਤੇਰੀ ਬੁੱਧੀ ਵਿੱਚ ਬ੍ਰਹਮ ਦੀ ਵਿਚਾਰ ਆ ਗਈ ਹੈ? ਬਹੁਤੀ ਉਮਰ ਦੀ ਲਿਹਾਜ਼ ਨਹੀਂ ਹੈ ਇਸ ਮਾਰਗ 'ਤੇ ਸਾਧ ਸੰਗਤ ਜੀ। ਗੱਲ ਇਹ ਹੈ ਕਿ ਤੂੰ ਇਹ ਸਰੀਰ ਰਹਿੰਦਿਆਂ ਆਪਣੇ ਆਪ ਨੂੰ ਮੁਕਤ ਕਰ ਲਵੇਂ, ਜਿਵੇਂ ਭਗਤ ਧਰੂ ਜੀ ਨੇ ਕੀਤਾ 5 ਸਾਲਾਂ ਦੀ ਉਮਰ ਵਿੱਚ। ਅਤੇ 5 ਸਾਲ ਦੀ ਉਮਰ ਤੁਹਾਨੂੰ ਪਤਾ ਕਿ ਹੁੰਦੀ ਹੋਈ ਕੀ ਹੈ। ਵੇਖੋ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਐਵੇਂ ਨਹੀਂ ਆਖਿਆ ਰਾਮ ਜਪੋ ਜੀ ਐਸੀ ਐਸੀ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕੀ ਤੁਸੀਂ ਲੋਕਾਂ ਨੂੰ ਦੱਸ ਰਹੇ ਇਹਦੀ ਬੜੀ ਵੱਡੀ ਉਮਰ ਸੀ, ਨਾ ਲੋਕਾਂ ਨੂੰ ਫਾਇਦਾ ਹੈ ਅਤੇ ਜਿਹਦੀ ਉਮਰ ਸੀ ਉਹਨੂੰ ਵੀ ਕੋਈ ਫਾਇਦਾ ਨਹੀਂ ਹੋਇਆ। ਅਤੇ ਲਾਭ ਕੀ ਹੈ? ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਇਹ ਹੈ ਸਾਧ ਸੰਗਤ ਜੀ ਤੱਤ। ਅਤੇ ਲੋਕਾਂ ਨੂੰ ਦੱਸ ਕੇ ਜਾਂ ਆਪ ਕਹਿ ਕੇ ਮੈਂ ਜੀ ਬਹੁਤ ਵੱਡਾ ਹਾਂ, ਉਮਰ ਵੱਡੀ ਹੈ, ਇਹ ਸਾਧ ਸੰਗਤ ਜੀ ਬਹੁਤੀਆਂ ਵੱਡੀਆਂ ਗੱਲਾਂ, ਚੰਗੀਆਂ ਗੱਲਾਂ ਨਹੀਂ ਹੈ। ਜਿਸ ਵਖਰ ਕੋ ਲੈਣ ਤੂੰ ਆਇਆ, ਜਿਸ ਸੌਦੇ ਨੂੰ ਤੂੰ ਲੈਣ ਵਾਸਤੇ ਆਇਆ ਏ, ਰਾਮ ਨਾਮ ਸੰਤਨ ਘਰ ਪਾਇਆ। ਇਹ ਹੈ ਸਾਧ ਸੰਗਤ ਜੀ ਤੱਤ। ਅਤੇ ਕਹਿਣ ਲੱਗਿਆ ਮਹਾਰਾਜ ਬਹੁਤ ਵੱਡੀ ਮੇਰੀ ਉਮਰ ਹੋ ਗਈ ਸੱਚੇ ਪਾਤਸ਼ਾਹ ਜੀ, ਮੈਂ ਉਮਰ ਕਰ ਲਈ ਇਹ ਯੋਗ ਆਸਣ ਕਰਕੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਵੀ ਅਕਾਲ ਪੁਰਖ ਵਾਹਿਗੁਰੂ ਦਾ ਸੰਗ ਪ੍ਰਾਪਤ ਨਹੀਂ ਹੋਇਆ, ਸੰਗ ਗ੍ਰਹਿਣ ਨਹੀਂ ਕੀਤਾ। ਗਹਿਆ ਨਾਮ ਹੈ ਗ੍ਰਹਿਣ ਦਾ। ਸਾਧ ਸੰਗਤ ਜੀ ਹੇ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਵੀ ਮੈਨੂੰ ਕਾਲ ਪੁਰਖ ਵਾਹਿਗੁਰੂ ਦਾ ਸੰਗ ਪ੍ਰਾਪਤ ਨਹੀਂ ਹੋਇਆ। ਰਾਜ ਲੀਲਾ ਰਾਜਨ ਕੀ ਰਚਨਾ। ਹੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਵੇਂ ਕੋਈ ਪੁਰਖ ਰਾਜਾ ਬਣ ਕੇ ਇਹ ਰਾਜ ਹਕੂਮਤ ਲੀਲਾ ਕੌਤਕ ਕਰੇ, ਮਹਾਰਾਜ ਸੱਚੇ ਪਾਤਸ਼ਾਹ ਰਾਜ ਲੀਲਾ ਰਾਜਨ ਕੀ ਰਚਨਾ ਤਮਾਸ਼ੇ ਕਰਦਾ ਹੋਵੇ, ਰਾਜ ਸੁਖ ਭੋਗਦਾ ਹੋਵੇ। ਸੱਚੇ ਪਾਤਸ਼ਾਹ ਜੀ ਕਰਿਆ ਹੁਕਮ ਅਫਾਰਾ, ਆਪਣੇ ਹੁਕਮ 'ਚ ਹੀ ਆਫਰਿਆ ਫਿਰਦਾ ਕਿ ਦੁਨੀਆ ਮੇਰੀ ਹੁਕਮ ਮੰਨਦੀ ਹੈ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਸ਼ਿਕਾਰ, ਉਹ ਸਿੱਖ ਕਹਿੰਦਾ ਜੀ ਸ਼ਿਕਾਰ ਕੋਈ ਕਰੇ, ਸ਼ਿਕਾਰ ਖੇਡਦਾ ਹੋਵੇ, ਅਨੇਕ ਤਰ੍ਹਾਂ ਦੀਆਂ ਲੀਲਾ ਕਰੇ, ਐਸ਼ ਪ੍ਰਸਤੀ ਕਰੇ, ਆਪਣਾ ਹੁਕਮ ਦੁਨੀਆ 'ਤੇ ਬਜਾਵੇ। ਜਿਵੇਂ ਕਬੀਰ ਜੀ ਕਹਿੰਦੇ 4 ਦਿਨ ਆਪਣੀ ਨੌਬਤ ਚੱਲੇ ਬਜਾਏ, ਇਧਰ ਕਟਿਆ ਗਠੀਆਂ ਮਠੀਆ ਸੰਗ ਨਾ ਕੱਛ ਲੈ ਜਾਏ।
ਸਾਧ ਸੰਗਤ ਜੀ 4 ਕੁ ਦਿਨ ਨੌਬਤ ਆਪਣੀ ਵਜਾਈ। ਉਹ ਲੋਕਾਂ ਨੇ ਦੁਨੀਆ ਤੇ ਰਾਜ ਸੁੱਖ ਜਿਨ੍ਹਾਂ ਨੇ ਕੀਤਾ, ਫਿਰ ਸਾਧ ਸੰਗਤ ਜੀ ਹੁਕਮ ਚਲਾਉਣਾ ਕੀਤਾ ਐਸਾ ਦੁਨੀਆ ਤੇ ਕਿ ਐਸਾ ਸਾਧ ਸੰਗਤ ਜੀ ਹੁਕਮ ਕੀਤਾ, ਡਰ ਭੈ ਦਿੱਤਾ ਕਿ ਮੇਰੇ ਹੁਕਮ ਨੂੰ ਕੋਈ ਮੋੜ ਨਾ ਸਕੇ। ਐਡਾ ਵੀ ਡਰ ਪੈਦਾ ਕੀਤਾ ਉਹ ਰਾਜੇ ਨੇ। ਸੇਜ ਸੋਹਣੀ ਚੰਦਨ ਚੋਆ, ਰਾਜਾ ਬਣ ਕੇ ਸੋਹਣੀ ਸੁੰਦਰ ਇਸਤਰੀ ਸੀ ਸਾਧ ਸੰਗਤ ਜੀ, ਰਾਣੀ ਦੀ ਸੇਜਾ ਮਾਣਦਾ ਰਿਹਾ। ਚੰਦਨ ਨਰਕ ਘੋਰ ਕਾ ਦਵਾਰਾ, ਚੰਦਨ ਚੋਆ, ਸਰੀਰ ਤੇ ਚੰਦਨ ਨੂੰ ਮਲ ਮਲ ਕੇ ਚੁਆ ਕੇ ਆਪਣੇ ਸਰੀਰ ਤੇ ਮਲਦਾ ਰਿਹਾ। ਇਹ ਸਾਧ ਸੰਗਤ ਜੀ ਉਹ ਕਰਮ ਕਰਦਾ ਰਿਹਾ ਜਿਹੜਾ ਰਾਜਾ ਸੀ। ਅੱਗੇ ਦੱਸਦੇ ਹਨ ਨਰਕ ਘੋਰ ਕਾ ਦਵਾਰਾ, ਉਹ ਸਾਧ ਸੰਗਤ ਜੀ ਨਰਕ ਘੋਰ ਦਾ ਦੁਆਰਾ ਹੀ ਹੈ। ਸੱਚੇ ਪਾਤਸ਼ਾਹ ਜੀ ਘੋਰ ਨਰਕ ਦਾ ਦਰਵਾਜ਼ਾ ਖੋਲ੍ਹਿਆ ਰਾਜੇ ਨੇ ਕਿ ਕਿਵੇਂ ਰਾਜ ਸੁੱਖ ਭੋਗਦਿਆਂ ਹੋਇਆਂ ਵੀ ਨਿਰੰਕਾਰ ਵਿੱਚ ਸੁਰਤੀ ਨਹੀਂ ਲਾਈ। ਇੱਥੇ ਸਾਧ ਸੰਗਤ ਜੀ ਰਾਜੇ ਭਰਥਰੀ, ਰਾਜਾ ਜਨਕ ਵਾਂਗ ਜਿਨ੍ਹਾਂ ਰਾਜ ਸੁੱਖ ਭੋਗਿਆ, ਵਾਹਿਗੁਰੂ ਦੀ ਵੀ ਪ੍ਰਾਪਤੀ ਕੀਤੀ। ਸਾਧ ਸੰਗਤ ਜੀ ਦੇਖੋ, ਰਾਜ ਸੁੱਖ ਭੋਗਣਾ ਮਾੜੀ ਗੱਲ ਨਹੀਂ ਹੈ। ਰਾਜ ਸੁੱਖ ਭੋਗਦਿਆਂ ਹੋਇਆਂ ਨਿਰੰਕਾਰ ਦੀ ਪ੍ਰਾਪਤੀ ਕਰਨੀ ਚੰਗੀ ਬਾਤ ਹੈ। ਠੀਕ ਹੈ, ਕੋਈ ਆਰਥਿਕ ਪੱਖੋਂ ਸੁਖੀ ਹੈ, ਕੋਈ ਦੁੱਖ ਨਹੀਂ ਹੈ, ਬੜੀ ਸੁੱਖ ਸਾਧਨ ਹੈ, ਪਰ ਜੇ ਉਹਦੇ ਵਿੱਚ ਹੀ ਲਪਟਿਆ ਰਿਹਾ ਸਾਧ ਸੰਗਤ ਜੀ ਫਿਰ ਉਹ ਸੁੱਖਾਂ ਦਾ ਕੋਈ ਬਹੁਤਾ ਲਾਭ ਨਹੀਂ ਹੈ। ਮਹਾਰਾਜ ਦਾ ਬਚਨ ਹੈ, ਕਬੀਰ ਕਾਨੀ ਕੁੰਡਲ ਬਣੇ, ਸਾਧ ਸੰਗਤ ਜੀ ਕੰਚਨ ਕੇ ਕੁੰਡਲ ਬਣੇ, ਹੀਰੇ ਲਾਲ ਜੜਾਓ, ਹੀਰਿਆਂ ਦੇ ਵਿੱਚ ਲਾਲ ਜੜ ਲਵੇ ਭਾਵੇਂ ਤੂੰ ਕੰਨਾਂ ਦੇ ਵਿੱਚ, ਦੀਸੈ ਦਾਦੇ ਕਾਣ ਜਿਓ ਜਿਨ ਮਨ ਨਾਹੀ ਨਾਓ। ਮਹਾਰਾਜ ਸੱਚੇ ਪਾਤਸ਼ਾਹ ਕਬੀਰ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਹੈ ਉਹ ਭਾਈ ਕਾਨੇ ਵਾਂਗ ਦਿਸਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਦੱਸਦੇ ਹੈ ਸਾਧ ਸੰਗਤ ਜੀ, ਕਾਨਾ ਉੱਪਰੋਂ ਉੱਪਰ ਹੀ ਬੜਾ ਸੋਹਣਾ ਲੱਗਦਾ ਹੈ ਤੇ ਅੰਦਰੋਂ ਤੇ ਖੋਖ ਹੈ। ਸਾਧ ਸੰਗਤ ਜੀ ਇਸੇ ਕਰਕੇ ਰਾਜ ਸੁੱਖ ਉੱਪਰੋਂ ਉੱਪਰ ਹੀ ਸੁੰਦਰ ਲੱਗਦੇ ਹੈ, ਪਰ ਜਿਹੜਾ ਇਹਦਾ ਫਲ ਕੀ ਹੈ, ਨਰਕ ਘੋਰ ਕਾ ਦੁਆਰਾ। ਉਹ ਸਾਧ ਸੰਗਤ ਜੀ ਘੋਰ ਨਰਕ ਦਾ ਦੁਆਰਾ ਹੀ ਹੈ। ਇਉਂ ਮਹਾਰਾਜ ਜੀ ਨੂੰ ਦੱਸਿਆ। ਹਰ ਕੀਰਤ ਸਾਧ ਸੰਗਤ ਹੈ, ਸਹਿ ਕਰਮਨ ਕੈ ਕਰਮਾ। ਹਾਂ, ਸਾਧ ਸੰਗਤ ਜੀ ਇੰਨੇ ਬਚਨ ਪਹਿਲਾਂ ਸਿੱਖ ਨੇ ਕੀਤੇ, ਫਿਰ ਇਹ ਸਿੱਖ ਕਹਿਣ ਲੱਗਿਆ ਸਤਿਗੁਰੂ ਜੀ ਮੈਂ ਆਪ ਜੀ ਨੂੰ ਜੋ ਜੋ ਕਰਮ ਕੀਤੇ ਸਭ ਦੱਸੇ ਆ ਤੁਹਾਨੂੰ, ਹੁਣ ਤੁਸੀਂ ਕਿਰਪਾ ਕਰੋ ਮੈਨੂੰ ਦੱਸਣਾ ਕਰੋ ਕੋਈ ਜੁਗਤੀ, ਕੋਈ ਸਾਧਨ ਦੱਸਣਾ ਕਰੋ। ਉਸ ਵੇਲੇ ਗੁਰਦੇਵ ਅੰਤਰਜਾਮੀ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਫਿਰ ਮਹਾਰਾਜ ਜੀ ਇਉਂ ਬਚਨ ਕੀਤੇ। ਫਿਰ ਪੜੋ ਜੀ। ਹਰ ਕੀਰਤ ਸਾਧ ਸੰਗਤ ਹੈ। ਹਾਂ, ਮਹਾਰਾਜ ਕਹਿਣ ਲੱਗੇ ਸਿੱਖਾ ਸਾਧੂਆਂ ਦੀ ਸੰਗਤ ਕਰਨੀ, ਮਨ ਨੂੰ ਸਾਧਨ ਵਾਲੀ ਸੰਗਤ ਕਰਨੀ, ਔਰ ਹਰ ਕੀਰਤ ਹਰੀ ਦੀ ਕੀਰਤੀ ਕਰਨੀ। ਸਤਿਗੁਰੂ ਜੀ ਕਹਿਣ ਲੱਗੇ ਭਾਈ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੀਰਤਨ ਕਰਨਾ, ਜਸ ਕਰਨਾ ਔਰ ਸ੍ਰੇਸ਼ਟ ਪੁਰਖਾਂ ਦੀ ਸੰਗਤ ਕਰਨੀ। ਸੱਚੇ ਪਾਤਸ਼ਾਹ ਕਹਿੰਦੇ ਇਹੀ ਭਾਈ ਮੁਕਤ ਹੋਣ ਦਾ ਇੱਕ ਯਤਨ ਹੈ, ਸਾਧਨ ਹੈ, ਉਹਦੀ ਪ੍ਰਾਪਤੀ ਦਾ ਇਹੀ ਸਾਧਨ ਹੈ ਭਾਈ ਸਿੱਖਾ। ਸਿਰ ਕਰਮਨ ਕੈ ਕਰਮਾ। ਹਾਂ, ਸਿਰ ਕਰਮਨ ਕੈ ਕਰਮਾ, ਸਾਰੇ ਵੱਡੇ ਕਰਮਾਂ ਤੋਂ ਇਹ ਇੱਕ ਕਰਮ ਹੈ। ਮੈਂ ਪਹਿਲਾਂ ਹੀ ਬਚਨ ਕਰ ਚੁੱਕਿਆ ਸੀ ਸਾਧ ਸੰਗਤ ਜੀ ਕਿ ਸਿੱਖ ਧਰਮ ਵਿੱਚ ਵੱਡਾ ਕਰਮ ਕਿਹੜਾ ਹੈ? ਭਗਤੀ ਕਰਨੀ, ਪਰਮੇਸ਼ਰ ਦਾ ਭਜਨ ਕਰਨਾ ਸਭ ਤੋਂ ਵੱਡਾ ਕਰਮ ਹੈ। ਸਾਧ ਸੰਗਤ ਜੀ ਮਹਾਰਾਜ ਕਹਿਣ ਲੱਗੇ ਸਿੱਖਾ ਸਿਰ ਕਰਮਨ ਕੇ ਕਰਮ, ਸਾਰਿਆਂ ਕਰਮਾਂ ਤੋਂ ਵੱਡਾ ਕਰਮ ਹੈ ਮਹਾਰਾਜ ਦੀ ਕੀਰਤੀ ਕਰਨੀ, ਸ੍ਰੇਸ਼ਟ ਪੁਰਖਾਂ ਦੀ ਸੰਗਤ ਕਰਨੀ। ਇਹੀ ਸਾਰੇ ਵੱਡੇ ਕਰਮਾਂ ਤੋਂ ਕਰਮ ਹੈ। ਤੂੰ ਕਰਿਆ ਕਰ, ਹਰੀ ਦੀ ਪ੍ਰਾਪਤੀ ਹੋ ਜਾਏਗੀ ਤੈਨੂੰ। ਕਹੋ ਨਾਨਕ ਦਸ ਭਇਓ ਪ੍ਰਾਪਤ। ਮਹਾਰਾਜ ਕਹਿਣ ਲੱਗੇ ਪਰ ਸਿੱਖਾ ਇਹ ਉਹਨੂੰ ਪ੍ਰਾਪਤ ਹੋਇਆ। ਸੱਚੇ ਪਾਤਸ਼ਾਹ ਦੱਸਦੇ ਹਨ ਜਿਸ ਪੁਰਬ ਲਿਖੇ ਕਾ ਲੈਣਾ। ਜਿਸ ਪੁਰਬ ਲਿਖੇ ਕਾ ਲੈਣਾ, ਜਿਹਦੇ ਮੱਥੇ ਤੇ ਮਹਾਰਾਜ ਜੀ ਨੇ ਪੂਰਬ ਵੇਲੇ ਚੰਗੇ ਭਾਗ ਲਿਖੇ ਹੈ। ਸਾਧ ਸੰਗਤ ਜੀ ਉਹਨਾਂ ਨੂੰ ਇਹ ਭਗਤੀ ਪ੍ਰਾਪਤ ਹੁੰਦੀ ਹੈ, ਇਹ ਕਰਮ ਪ੍ਰਾਪਤ ਹੁੰਦਾ ਭਗਤੀ ਕਰਨ ਦਾ, ਜਸ ਕਰਨ ਦਾ, ਮਹਾਰਾਜ ਦੀ ਕੀਰਤੀ ਕਰਨ ਦਾ। ਸਾਧ ਸੰਗਤ ਜੀ ਸਤਿਗੁਰੂ ਜੀ ਦੱਸਦੇ ਹੈ ਇਹ ਨਾਮ ਰੂਪੀ ਦਾਤ, ਨਾਮ ਰੂਪੀ ਵਸਤੂ ਭਾਈ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਮੱਥੇ ਤੇ ਗੁਰੂਦੇਵ ਜੀ ਨੇ ਚੰਗੇ ਭਾਗ ਲਿਖੇ ਹੈ। ਤੇ ਜਿਨ੍ਹਾਂ ਦੇ ਮੱਥੇ ਤੇ ਭਾਗ ਨਹੀਂ ਨਾ ਲਿਖੇ ਉਹ ਗੁਰੂ ਜੀ ਨੂੰ ਅਰਦਾਸ ਕਰਿਆ ਕਰਨ ਮਹਾਰਾਜ
किरपा करो, तुमरी कृपा ते मानुख देह पाई है, देहो दर्श हर राया। महाराज किरपा करो, तुहाडी किरपा करके जे मानस देह प्राप्त होई है, हुण किरपा करो नाम दान देना करो। अपने मन नूं समझा के खंडे बाटे दा अमृत छके, गुरु वाला बने साध संगत जी, निरंकार जी पूजा करे, फिर किते जाके साध संगत जी उहदे चंगे भाग होणगे। इउं पहला महाराज जी नूं अरदास बेनती करे। अरदास विच बड़ी ताकत है साध संगत जी। रजोई अरदास बेनती दीन मन नाल करे। तो जिमें द्रौपदी ने कीती सी, वेखो पहला सारियां दे साध संगत जी कोलों ने अरदास की कि मेरी रखिया करो, बेनती की सारियां दे पास, कोई भी किसी का जोर नहीं चलिया। साध संगत जी दीन मन हो के फिर महाराज जी नूं अरदास की, महाराज जी हुण आप ही हो मेरी रखिया करन वाले। उस वेले महाराज जी ने तत्क्षण आके रखिया की। उस वेले साध संगत जी एक हाथी सी, भावें दो भरा सी। साध संगत जी किसे माड़े कर्म करके लड़ पे, साध संगत जी लालच करके लड़ पे, पदार्थां दा लालच पैदा हो गया। वड्डा कहंदा मैनू वध चाहिए, छोटा कहंदा मैनू वध चाहिए है। साध संगत जी ये कर्म करके एक दूजे नूं वाक सिद्धी सी। वो कहंदा तू हाथी बने, दूजा कहंदा कोई नहीं मैं तेंदूआ बनांगा, तैनू ही फड़ांगा। ये साखी इतिहास साध संगत जी महाराज जी बाणी विच आउंदा 9वें पातशाह दे शब्दां च। उस वेले साध संगत जी एक दिन वड्डा जिहड़ा भाई सी हाथी का रूप जी ने धारिया सी। साध संगत जी वो चलिया गया पानी पीण वास्ते, छोटा तेंदुआ बनया होया सी। साध संगत जी जिस वेले ये साध संगत जी पानी पीण लग्या ना, इहदी सुंड नूं फड़ लिया तेंदुए ने। साध संगत जी वो नदी के डूंघे पानी विच लै गया। जिस वेले डुब्बण लग्या उस वेले इहने दीन मन हो के परमेश्वर नूं बेनती की है, महाराज किरपा करो आप जी। साध संगत जी धन गुरु ग्रंथ साहिब जी महाराज इस गल ते मोहर लाउंदे है। सच्चे पातशाह कहंदे कर धर चक्र बैकुंठ ते आए, गज हस्ती के प्राण उधारिया ले। वेखो हाथी दे प्राण बचाउण वास्ते महाराज बैकुंठ धाम तो आए, हथ विच सुदर्शन चक्कर लैके आए ने। जिस वेले तेंदुए दियां तारां कट दित्तियां साध संगत जी, वो हाथी फिर इउं महाराज साहिब जी ने बचाया। देखो एडा वड्डा वाहिगुरु है, उहदे कोल ते अरदास करन दी लोड़ है। साध संगत जी जदों सारे यतन निसफल हो जाण, उस वेले सतगुरु जी ने आख्या, धन गुरु अर्जन देव जी महाराज जी ने कि चित आवे उस पार ब्रह्म लगे ना तती वाओ, कि उसनूं निरंकार चेते आ जाए तती वाह नहीं लगेगी। साध संगत जी इसे करके जिहदे कर्मां विच भजन बंदगी है नहीं, वो अरदास करे महाराज किरपा करो मैनू नाम भगती देना करो, सारियां तो वड्डा कर्म यही है। सेवक ए रंग माता माता महाराज सच्चे पातशाह कहन लगे, हे वाहिगुरु जी, हे सच्चे पातशाह जी, तेरे जेड़े सेवक है ना यह रंग विच मस्ते होए है। साध संगत जी प्रेम दे रंग विच मस्ते होए है, प्रेमा भगती दे रंग विच मस्ते होए है, कीर्तन दे रंग विच मस्ते होए ने। हे वाहिगुरु सच्चे पातशाह जी जेड़े तुहाडे दास है। भयो कृपाल दीन दुख भंजन, भयो कृपाल हे सच्चे पातशाह जी गरीबां ते दया करन वाले वाहिगुरु जी, गरीबां दे दुखां नूं भंडण वाले निरंकार जी, दुख भंजन दीन दुख भंजन। हे कृपालु दयालु सतगुरु सच्चे पातशाह जी। हर हर कीर्तन एव मन राता रहाओ दूजा। महाराज सच्चे पातशाह कहन लगे कि जिस वेले वाहिगुरु दयालु होए कृपालु होए, उस वेले की कीता कि हर हर कीर्तन एहो मन राता। हरी ने अपना कीर्तन मैनू देना कीता, मेरा जिस करके मेरा मन रंगिया गया हरी दे कीर्तन च। इउं साध संगत जी सच्चे पातशाह जी ने जो अज दा मुख वाक अमृत वेले आया अष्टपदियां दे विचों 8 पदे सन, इस दे 8 पौड़ियां सी साध संगत जी, 8 पंक्तियां सी। ओ महाराज साहिब जी ने पवित्र बचन उचारिया, आप जी ने सरवण किया। वेखो सिख ने बड़े कर्म किए साध संगत जी योग साधना दे सहित, पर फिर भी इनू वाहिगुरु की प्राप्ति नहीं हुई। दान पुण्य किए फिर भी वाहिगुरु की प्राप्ति नहीं हुई। कदों प्राप्ति हुई? जिस वेले गुरु अर्जन देव महाराज दे चरनी गया। महाराज जी ने आख्या, हे भाई सच्चे पातशाह की भगती बंदगी कर प्रेम दे सहित हो के, यही सब कर्मां दा कर्म है।
फिर उस वेले साध संगत जी जदों भगती की, वो सिख फिर वाहिगुरू का ही रूप हो गया, वाहिगुरू का ही रूप बन गया। ये साध संगत जी महाराज जी ने बचन उचारे ने, आप जी ने सरवण कीते ने। सतगुरु जी कृपा करन, सुने हुए महाराज के बचन साडे अंदर जिंदगी विच आ जाण। गुरु जी आप समर्थ, गुरु सिर हथ धरियो, जिस कीनी कृपा हर नाम दियो। महाराज आप कृपा करके नाम दान दे देण, ताकि साडा जन्म सफल हो जाए। भुल चुक दी खिमा। साध संगत जी बहुत बहुत धन्नवाद आप तुहाडीਆਂ संगतां दा, सतगुरु धन गुरु ग्रंथ साहिब जी महाराज दा, गुरु घर दे वजीरां दा, और धन्नवाद है प्रबंधक कमेटी का। साध संगत जी जिस दा उपराला, जिन्हां दे उपराला करके आप संगतां दे दर्शन कीते है। सो साध संगत जी सतगुरु जी कृपा करन, इसे तरह ही फिर किते समा मिलिया साध संगत जी आप संगतां तुहाडीਆਂ दर्शन करांगे। महाराज साहिब जी कृपा करन, आओ सतगुरु जी की कथा करदियां अनेक प्रकार दीयां गलतियां भुल्लां चुक्का हो जांदियां ने। दीन दुनिया दे महाराज दास नूं बख्श लैणगे। आप प्यारी साध संगत ने बख्श लेना भाई। यह लोक सुखीए परलोक सुहेले, नानक हर प्रभ आपे मेले। आखिरलियां पंक्तियां पढ़ के समाप्ति करिए। सेवक एह रंग माता, भयो कृपाल दीन दुख भंजन। हर हर कीर्तन एह मन राता। वाहिगुरु जी का खालसा, वाहिगुरु जी की फतेह। वाहिगुरु साहिब जी। राम कली महला तीजा। आनंद है को ओंकार, सतगुर प्रसाद आनंद भया मेरी माय। सतगुरु मैं पाया, सतगुर का पाया, सहज सिद्धि मन वजिया बाधाइया। राग रतन परवार करिया, सत दोगा बणिया। सब दोता का गुरु हरि केरा, मान जनी बसाया। कह नानक नंद हुआ, सतगुरु मैं पाया।